ਅਸੀਂ ਸਾਰੇ ਪ੍ਰੋਸੈਸ ਨੂੰ ਇਵੈਂਟ ਮੈਨੇਜਮੈਂਟ ਵਜੋਂ ਦੇਖਦੇ ਪਏ। बीजेपी ने भी इवेंट मैनेजमेंट बनाया हुआ है। तो जब हवाई जहाज उत्थों उड़ते ने तो नारे लगते ने, हवाई जहाज उतरते ने तो मंत्री जाते ने लैंड। ये जो सोशलिज्म नहीं है, एक तरह का पॉपुलिस्ट सोशलिज्म। ਕੇਸੀ ਸਿੰਘ ਜੀ ਤੁਸੀਂ ਇਹਨਾਂ ਤਿੱਖਾ ਕਿਉਂ ਬੋਲਦੇ ਬੀਜੇਪੀ ਦੇ ਖਿਲਾਫ? ਜੇ ਅਸੀਂ ਅਮਰੀਕਾ ਤੋਂ ਥੋੜਾ ਜਿਹਾ ਦੂਰ ਹੁੰਨੇ ਆ ਕੀ ਸਾਨੂੰ ਨੁਕਸਾਨ ਹੋਊਗਾ ਸਰ? तो हिंदुस्तान गया फस कि रूस नाल असीं इन्ना डर के चलिए कि जदों सरेआम गलत ने तो असीं ओह कहण तो भी कतराईए। ਇਵੇਂ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਅਮਰੀਕਾ ਚਾਹੁੰਦਾ ਕਿ ਰਸ਼ੀਆ ਦੇ ਖਿਲਾਫ ਭਾਰਤ ਦਾ ਸਟੈਂਡ ਹੈ ਜਿਹੜਾ ਸਪਸ਼ਟ ਹੋਣਾ ਚਾਹੀਦਾ कि अमरीका ते कुछ देश एक पासे हो जाएंगे, सारा यूरोप इकट्ठा नहीं होएगा। ਰੂਸ ਯੂਕਰੇਨ ਦੇ ਵਿੱਚ ਜਿਸ ਤਰੀਕੇ ਨਾਲ ਕਣਕ ਦੀ ਪੈਦਾਵਾਰ ਹੁੰਦੀ ਹੈ ਉਸ ਬਾਬਤ ਕੀ ਪੰਜਾਬ ਦੀ ਮਾਰਕੀਟ ਦੀ ਕੋਈ ਗੱਲ ਹੋਣੀ ਚਾਹੀਦੀ ਹੈ ਜਾਂ ਨਹੀਂ? ਕਿਸ ਸਾਨੂੰ ਉਹਦੇ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ ਪੰਜਾਬ 'ਚ। ਇਹ ਚੰਗਾ ਮੌਕਾ ਹੈ। ਜਿਹੜਾ ਅਸੀਂ ਐਕਸਾਈਜ਼ਨ ਤੇ ਪੀਓਕੇ ਦਾ ਮੁੱਦਾ ਵਾਰ-ਵਾਰ ਚੁੱਕਦੇ ਸੀਗੇ ਕਿ ਉਹ ਮੁੱਦਾ ਉਵੇਂ ਹੀ ਚੱਕਦੇ ਰਵਾਂਗੇ ਅਸੀਂ। ਤਾਂ ਚੀਨ ਤੇ ਪਾਕਿਸਤਾਨ ਜਿਹੜੇ ਸਾਨੂੰ ਪਤਾ ਬੜੇ ਟਾਈਮ ਤੋਂ ਇਕੱਠੇ ਨੇ, ਉਹ ਹੁਣ ਖੁੱਲ ਕੇ ਬੇਸ਼ਰਮੀ ਨਾਲ ਸਾਹਮਣੇ ਆ ਗਈ ਹੈ ਉਹਨਾਂ ਦੀ ਗੱਠਜੋੜ। ਸੋ ਇਹ ਪਾਕਿਸਤਾਨ, ਚੀਨ ਤੇ ਰੂਸ, ਇਹ ਨਵਾਂ ਜਿਹੜਾ ਇੱਕ ਗੱਠਜੋੜ ਬਣਦਾ ਜਾ ਰਿਹਾ ਹੈ, ਇਹ ਬੜਾ ਖਤਰਨਾਕ ਹੈ। ਜਸਟਿਸ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਰੂਸ ਯੂਕਰੇਨ ਦੀ ਜੰਗ ਦੇ ਨਾਲ ਅਸਰ ਕਿੱਥੇ ਹੋਣ ਜਾ ਰਿਹਾ ਹੈ, ਇਸ ਬਾਬਤ ਬਹੁਤ ਸਾਰੀਆਂ ਚਰਚਾਵਾਂ, ਬਹੁਤ ਸਾਰੀਆਂ ਬਹਿਸਾਂ ਹੋ ਚੁੱਕੀਆਂ ਤੇ ਲਗਾਤਾਰ ਹੁੰਦੀਆਂ ਵੀ ਰਹਿਣਗੀਆਂ ਕਿਉਂਕਿ ਇਸ ਦਾ ਅਸਰ ਹੈ ਭਵਿੱਖ ਵਿੱਚ ਬਹੁਤ ਵੱਡਾ ਹੋਣ ਵਾਲਾ ਹੈ, ਜਿਹੜਾ ਅੱਜ ਸ਼ਾਇਦ ਸਾਨੂੰ ਸਮਝਣ ਵਿੱਚ ਤੇ ਉਸ ਦਾ ਨਿਚੋੜ ਕੱਢਣ ਦੇ ਵਿੱਚ, ਉਸ ਦੀ ਪੜਚੋਲ ਕਰਨ ਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ ਪਈਆਂ ਨੇ। ਪਰ ਇਹਨਾਂ ਮੁਸ਼ਕਲਾਂ ਦੇ ਹੱਲ ਦੇ ਲਈ ਜਿਹੜੇ ਫਾਰਮਰ ਡਿਪਲੋਮੈਟ ਹੈ ਉਹ ਸਾਡਾ ਸਹਿਯੋਗ ਦੇ ਰਹੇ, ਉਹ ਦੱਸ ਰਹੇ ਆ ਕਿ ਅਸਲ ਵਿੱਚ ਇਹਦਾ ਮਤਲਬ ਹੈ ਕੀ ਹੈ। ਤੇ ਇਸੇ ਸਿਲਸਿਲੇ ਦੇ ਵਿੱਚ ਫਾਰਮਰ ਡਿਪਲੋਮੈਟ ਮਿਸਟਰ ਕੇਸੀ ਸਿੰਘ ਉਹ ਸਾਡੇ ਨਾਲ ਮੌਜੂਦ ਰਹਿਣਗੇ। ਕੇਸੀ ਸਿੰਘ ਹਰਾਂ ਦਾ ਬਹੁਤ ਲੰਬਾ ਤਜਰਬਾ, ਫਾਰਮਰ ਇਨਵੈਸਟਰ ਨੇ ਉਹ, ਈਰਾਨ ਤੇ ਯੂਏਈ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈਆਂ ਨੇ ਤੇ ਜਦੋਂ ਇਹ ਸਰਵਿਸਿਜ਼ ਦੀ ਗੱਲ ਹੁੰਦੀ ਹੈ ਤੇ ਉਦੋਂ ਇਹਨਾਂ ਦਾ ਜ਼ਿਕਰ ਬਹੁਤ ਵੱਡੇ ਪੱਧਰ ਤੇ ਹੁੰਦਾ ਕਿਉਂਕਿ ਇਹ ਕਾਲਮ ਵੀ ਬੜੇ ਲਿਖਦੇ ਰਹਿੰਦੇ, ਇਹਨਾਂ ਨੂੰ ਤੁਸੀਂ ਅਕਸਰ ਪੜ੍ਹਿਆ ਹੋਊਗਾ ਤੇ ਜਦੋਂ ਇਹ ਬੋਲਦੇ ਆ ਬੜੀ ਬੇਬਾਕੀ ਨਾਲ ਬੋਲਦੇ ਆ। ਕੇਸੀ ਸਿੰਘ ਜੀ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਬੜੀ ਖੁਸ਼ੀ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਰੂਸ ਯੂਕਰੇਨ ਨੂੰ ਸਰ ਅਸੀਂ ਕਿਵੇਂ ਸਮਝੀਏ? ਇੰਡੀਅਨਸ ਸਿਰਫ ਇੱਥੋਂ ਤੱਕ ਸਮਝਦੇ ਪਏ ਆ, ਮੈਂ ਵੀ ਉਹਨਾਂ ਵਿੱਚ ਸ਼ਾਮਲ ਹਾਂ ਸਰ। ਅਸੀਂ ਸਿਰਫ ਇੱਥੋਂ ਤੱਕ ਸਮਝਦੇ ਹਾਂ ਕਿ ਸਾਡੇ ਵਿਦਿਆਰਥੀ ਉਹਨਾਂ ਨੂੰ ਲਿਆਈਏ, ਅਸੀਂ ਸਾਡੇ ਨਾਗਰਿਕ ਫਸੇ ਉਹਨਾਂ ਨੂੰ ਲਿਆਈਏ ਸਰ। ਹੋਰ ਨਾ ਅਸੀਂ ਸੋਚ ਪਾ ਰਹੇ ਹਾਂ ਸਰ, ਨਾ ਸਾਡਾ ਮੀਡੀਆ ਦਾ ਕੁਝ ਹਿੱਸਾ ਸਾਨੂੰ ਸੋਚਣ ਦੇ ਰਿਹਾ। ਅਸੀਂ ਸਾਰਿਆਂ ਨੂੰ, ਸਾਰੇ ਪ੍ਰੋਸੈਸ ਨੂੰ ਇਵੈਂਟ ਮੈਨੇਜਮੈਂਟ ਵਜੋਂ ਦੇਖਦੇ ਪਏ। ਕੇਸੀ ਸਿੰਘ ਜੀ ਮਾਫ ਕਰਨਾ ਜੇ ਮੈਂ ਸ਼ਬਦ ਗਲਤ ਬੋਲ ਰਿਹਾ ਤਾਂ। ਮੈਂ ਕਹਿੰਦਾ ਕੱਲਾ ਮੀਡੀਆ ਦੀ ਗਲਤੀ ਕਿਉਂ ਕਹਿੰਦੇ ਹੋ? ਬੀਜੇਪੀ ਨੇ ਵੀ ਇਵੈਂਟ ਮੈਨੇਜਮੈਂਟ ਬਣਾਇਆ ਹੋਇਆ ਹੈ। ਜਦ ਹਵਾਈ ਜਹਾਜ਼ ਉੱਥੋਂ ਉੜਦੇ ਨੇ ਤਾਂ ਨਾਰੇ ਲੱਗਦੇ ਨੇ, ਹਵਾਈ ਜਹਾਜ਼ ਉਤਰਦੇ ਨੇ ਤਾਂ ਮੰਤਰੀ ਜਾਂਦੇ ਨੇ ਲੈਣ। ਇਹ ਕਦੇ ਦੇਖਿਆ ਤੁਸੀਂ? ਲੱਖ ਬੰਦਾ ਕੁਵੈਤ ਤੋਂ ਆਇਆ ਸੀਗਾ ਕਿ ਅੱਧੀ ਕੈਬਨਿਟ ਡਿਪਲੋਏ ਹੋ ਜੇ ਉਹਨਾਂ ਦਾ ਨਮਸਕਾਰ ਕਰਨ ਨੂੰ ਇੱਕ ਫਲਾਈਟ ਤੇ। ਉਹ ਯੂਪੀ ਦੀ ਇਲੈਕਸ਼ਨ ਹੋ ਰਹੀ ਹੈ, ਬੀਜੇਪੀ ਤਾਂ ਹਰੇਕ ਚੀਜ਼ ਨੂੰ ਇਵੈਂਟ ਮੈਨੇਜਮੈਂਟ ਚ ਕਰਦੀ ਹੋਈ ਹੈ ਤਬਦੀਲੀ। ਤਾਂ ਇਹ ਮੁੱਦਾ ਫਸ ਗਿਆ ਉਹਨਾਂ ਦੀ ਇਲੈਕਸ਼ਨ ਦੀ ਉਹਦੇ ਚ। ਮੈਂ ਉਦਨ ਅੱਜ ਤੱਕ ਦੇ ਉੱਤੇ ਸੀਗਾ ਤਾਂ ਉਹ ਮੈਨੂੰ ਦੱਸਣ ਲੱਗੇ ਕਿ ਯੂਪੀ ਕਵਰ ਕਰ ਰਹੇ ਸੀ, ਭੱਜ ਕੇ ਸਟੂਡੀਓ ਵਾਪਸ ਆਏ ਨੇ ਕਿਉਂਕਿ ਯੂਪੀ ਦਾ ਕੋਈ ਦੇਖ ਹੀ ਨਹੀਂ ਰਿਹਾ ਇਲੈਕਸ਼ਨ। ਲੋਕ ਦੇਖਣਾ ਚਾਹੁੰਦੇ ਹੈ ਕਿ ਯੂਕਰੇਨ 'ਚ ਕੀ ਹੋ ਰਿਹਾ। ਤੋ ਇਸ ਕਰਕੇ ਇਹ ਤਾਂ ਲੋਕਾਂ ਨੇ, ਪਬਲਿਕ ਓਪੀਨੀਅਨ ਨੇ ਜ਼ੋਰ ਦਿੱਤਾ ਤੇ ਪ੍ਰੈਸ਼ਰ ਪਾਇਆ ਤੇ ਮੀਡੀਆ ਇੱਧਰ ਆ ਗਈ। ਪਰ ਉਹ ਲਾਜ਼ਮ ਹੀ ਹੈ ਕਿ ਸਾਡੇ ਬੱਚੇ ਜੇ ਫਸੇ ਹੋਏ ਆ ਤਾਂ ਅਸੀਂ ਉਹਦੇ 'ਚ ਦਿਲਚਸਪੀ ਲੈਣਗੇ ਹੀ ਲੋਕ, ਕਿਉਂਕਿ ਉਹ ਇਕੱਲੇ ਇੱਕ ਸੂਬੇ ਦੇ ਨਹੀਂ ਹੈ, ਉਹ ਸਾਰੀਆਂ ਸਟੇਟਾਂ ਦੇ ਹੈ, ਸਾਰੇ ਹਿੰਦੁਸਤਾਨ ਦੇ ਹੈ। ਤੁਹਾਨੂੰ ਜਿਵੇਂ ਪਤਾ ਇੱਕ ਬੱਚਾ ਜਿਹੜਾ ਮਰਿਆ ਹੈ ਉਹ ਵਿਚਾਰਾ ਕਰਨਾਟਕ ਦਾ ਸੀ, ਜਿਹਦੇ ਗੋਲੀ ਲੱਗੀ ਹੈ, ਉਹ ਦਿੱਲੀ ਦਾ ਸਿੱਖ ਹੈਗਾ ਪਰ ਹੈ ਮੇਰੇ ਖਿਆਲ ਦਿੱਲੀ ਦਾ। ਇਵੇਂ ਪੰਜਾਬ ਦੀਆਂ ਬੱਚੀਆਂ ਸੂਮੀ 'ਚ ਫਸੀਆਂ ਹੋਈਆਂ। ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਕੀ ਹੈ ਕਿ ਉਹ ਜਿਹੜੀ ਗੱਲ ਕਹਿ ਰਹੇ ਨੇ, ਜਿਹੜੀ ਸਾਡੀ ਅੰਬੈਸੀ ਕਹੇਗੀ ਜਾਂ ਸਰਕਾਰ ਕਹੇਗੀ, ਉਤੋਂ ਦੀ ਉਹਨਾਂ ਦੇ ਸਿੱਧੀ ਗੱਲ ਉਹਨਾਂ ਦੀ ਆ ਜਾਂਦੀ ਹੈ ਟੇਪ ਬਣ ਕੇ। ਤੋ ਇਸ ਕਰਕੇ ਦੋ ਸਾਰੇ ਤਰ੍ਹਾਂ ਦੇ ਨਕਸ਼ੇ ਤੇ ਪਿਕਚਰ ਅੱਗੇ ਆਂਦੀ ਹੈ, ਫਿਰ ਆਪਣੇ ਆਪ ਪਬਲਿਕ ਓਪੀਨੀਅਨ ਉਹਦੇ ਨਾਲ ਭੜਕ ਜਾਂਦਾ ਹੈ। ਕਿਸੇ ਜਿਹੜੀ ਗੱਲ ਤੁਸੀਂ ਜ਼ਿਕਰ ਕਰਦੇ ਪਏ ਹੋ ਇਵੈਂਟ ਮੈਨੇਜਮੈਂਟ ਵਾਲਾ, ਮੇਰਾ ਸਵਾਲ ਇਹ ਹੈ ਸਰ, ਠੀਕ ਹੈ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੁੰਦੇ ਆ ਸਰ, ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀਆਂ ਪੈਣਗੀਆਂ। ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਵੀ ਨਿਭਾਈਆਂ ਸਰ। ਕੇਸੀ ਸਿੰਘ ਜੀ ਸਰ, ਸਵਾਲ ਇਹ ਹੈਗਾ ਰੂਸ ਯੂਕਰੇਨ ਦੇ ਵਿੱਚ ਜਿਹੜੀ ਜੰਗ ਹੈਗੀ ਉਹਦਾ ਅਸਰ ਸਰ ਭਾਰਤ 'ਤੇ ਕੀ ਪੈਣ ਵਾਲਾ? ਇਸ ਬਾਬਤ ਸਰ ਅਸੀਂ ਕੋਈ ਬਹਿਸ ਹੀ ਨਹੀਂ ਕਰਦੇ ਪਏ, ਇਸ ਬਾਬਤ ਅਸੀਂ ਕੋਈ ਸੋਚਦੇ ਨਹੀਂ ਪਏ। ਨਾ ਅਸੀਂ ਪਾਕਿਸਤਾਨ ਰਸ਼ੀਆ ਦੀ ਗੱਲ ਕਰਦੇ ਪਏ, ਨਾ ਅਸੀਂ ਚਾਈਨਾ ਰਸ਼ੀਆ ਦੀ ਗੱਲ ਕਰਦੇ ਪਏ ਸਰ। ਅਸੀਂ ਕਿੱਥੇ ਖੜੇ ਹਾਂ ਕੇਸੀ ਸਿੰਘ ਜੀ? ਦੇਖੋ, 3 ਵੋਟਾਂ ਭਾਰਤ ਸਰਕਾਰ ਨੇ ਪਾਈਆਂ। ਇੱਕ ਸਿਕਿਉਰਿਟੀ ਕਾਉਂਸਲ ਦੇ ਅੰਦਰ ਅਸੀਂ ਅਬਸਟੇਨ ਕੀਤਾ, ਅਸੀਂ ਬੈਠੇ ਰਹੇ ਹਾਂ ਕੰਧ ਤੇ।
ਦੂਜੀ UN ਜਨਰਲ ਅਸੈਂਬਲੀ 'ਚ ਵੀ ਉਹ ਮਤੇ ਦੇ ਉੱਤੇ ਅਸੀਂ ਉਹੀ ਕੀਤਾ, ਐਬਸਟੇਨ ਕੀਤਾ, ਮਤਲਬ ਕਿ ਅਸੀਂ ਨਾ ਹਾਂ ਜਾਂ ਨਾ। ਔਰ ਤੀਜੀ UN ਹਿਊਮਨ ਰਾਈਟਸ ਕਾਉਂਸਲ ਦੇ ਵਿੱਚ, ਕਿਉਂਕਿ ਉੱਥੇ ਵੀ ਮੁੱਦਾ ਇਹ ਗਿਆ ਜਨੀਵਾ ਦੇ ਵਿੱਚ, ਉੱਥੇ ਵੀ ਸਾਡਾ ਉਹੀ ਰੁਖ ਰਿਹਾ। ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਪੁਟਿਨ ਨਾਲ ਗੱਲ ਕੀਤੀ ਹੈ, ਫਿਰ ਕੁਆਡ ਦੀ ਮੀਟਿੰਗ ਹੋਈ ਹੈ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਦੇ ਪ੍ਰੈਜ਼ੀਡੈਂਟ ਸਾਹਿਬ ਨੇ, ਕੁਆਡ 4 ਦੇਸ਼ਾਂ ਦਾ ਬਣਾਇਆ ਗਿਆ ਹੈ, ਜਾਪਾਨ, ਆਸਟ੍ਰੇਲੀਆ, ਅਮਰੀਕਾ ਤੇ ਹਿੰਦੁਸਤਾਨ ਦਾ, ਜਿਹਦੇ ਪਿੱਛੇ ਸੋਚ ਇਹ ਸੀਗੀ ਕਿ ਲੋਕਤਾਂਤਰਿਕ ਵੱਡੇ ਲੋਕਤਾਂਤਰਿਕ ਦੇਸ਼ ਨੇ ਔਰ ਇੰਡੋ ਪੈਸੀਫਿਕ ਹਿੰਦੂ ਮਹਾਸਾਗਰ ਤੇ ਪੈਸੀਫਿਕ ਨੂੰ ਦੋਨਾਂ ਨੂੰ ਮਿਲਾ ਕੇ ਚੀਨ ਨੂੰ ਜੇ ਰੋਕ ਕੇ ਰੱਖਣਾ ਹੈ ਤਾਂ ਇਹ ਵੱਡੀਆਂ ਲੋਕਤਾਂਤਰਿਕ ਸ਼ਕਤੀਆਂ ਨੂੰ ਇਕੱਠਾ ਹੋਣਾ ਪਏਗਾ। ਹੁਣ ਉੱਥੇ ਵੀ ਉਦੋਂ ਬਾਈਡਨ ਸਾਹਿਬ ਨੇ ਇਹ ਚੱਕਿਆ ਕਿ ਤੁਸੀਂ ਲੋਕਤਾਂਤਰਿਕ ਸ਼ਕਤੀ ਹੋ, ਪਰ ਜਿੱਥੇ ਰੂਸ ਦਾ ਜਿਹਨੇ ਕਿ ਸਿੱਧਾ ਹੀ ਹਮਲਾ ਉਹਨਾਂ ਦੇ ਸਰਹੱਦ ਪਾਰ ਕਰਕੇ, ਜਿਹੜਾ ਕਿ UN ਚਾਰਟਰ ਦੇ ਬਿਲਕੁਲ ਵਰਖਲਾਫ ਹੈ, ਤੁਸੀਂ ਕਿਸੇ ਵੀ ਦੇਸ਼ ਦਾ, ਇਹ ਤਾਂ ਸਿੱਧਾ ਹੀ UN ਚਾਰਟਰ ਕਹਿੰਦਾ ਹੈ ਔਰ ਰੂਸ ਇੱਕ ਪਰਮਨੈਂਟ ਮੈਂਬਰ ਹੈ ਸਿਕਿਉਰਿਟੀ ਕਾਉਂਸਲ ਦਾ, ਕਿ ਤੁਸੀਂ ਕਿਸੇ ਦੀ ਸਰਹੱਦ ਨਹੀਂ ਪਾਰ ਕਰੋਗੇ ਔਰ ਤੁਹਾਡਾ ਕੋਈ ਮਸਲਾ ਹੈ ਤੁਸੀਂ ਸ਼ਾਂਤੀਪੂਰਵਕ ਤੈਅ ਕਰੋਗੇ, ਤੁਸੀਂ ਫੌਜਾਂ ਦੇ ਰਸਤੇ ਤੈਅ ਨਹੀਂ ਕਰੋਗੇ। ਔਰ ਉਹਨਾਂ ਮੁੱਦਿਆਂ ਤੇ ਵੀ ਜੇ ਅਸੀਂ ਕੰਧ ਤੇ ਬੈਠੇ ਰਹਿੰਦੇ ਆ, ਅਸੀਂ ਬੋਲਣ ਨੂੰ ਤਿਆਰ ਨਹੀਂ, ਫਿਰ ਵੱਡੀਆਂ ਲੋਕਤਾਂਤਰਿਕ ਸ਼ਕਤੀਆਂ ਕੀ ਅੰਦਾਜ਼ਾ ਲਗਾਉਣ ਕਿ ਅਸੀਂ ਇੱਕ ਲੋਕਤੰਤਰਿਕ ਸ਼ਕਤੀ ਦੇ ਨਾਤੇ ਅਸੀਂ ਜਿਹੜੇ ਕਹਿੰਦੇ ਆ ਅਸੀਂ ਵੱਡੀ ਤਾਕਤ ਹੈ ਔਰ ਵੱਡੇ ਮੇਜ਼ ਤੇ ਸਾਨੂੰ ਬਿਠਾਉਣ, ਸਾਨੂੰ ਪਰਮਨੈਂਟ ਮੈਂਬਰ ਬਣਾਉਣ ਸਿਕਿਉਰਿਟੀ ਕਾਉਂਸਲ ਦਾ, ਤਾਂ ਉੱਥੇ ਫਿਰ ਅਸੀਂ ਕਮਜ਼ੋਰ ਨਜ਼ਰ ਆਉਂਦੇ ਆ। ਸਰਕਾਰ ਉਧਰ ਚਰਚਾ ਨਹੀਂ ਚਾਹ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਮੁੱਦੇ ਵਿਦਿਆਰਥੀਆਂ ਦੇ ਆ ਗਏ ਨੇ, ਸਟੂਡੈਂਟਸ ਦੇ, ਇਹ ਇਸ ਵੇਲੇ ਜਦ ਹਿੰਦੁਸਤਾਨ ਦੇ ਟੈਲੀਵਿਜ਼ਨ ਤੇ ਚੱਲਦੇ ਆ ਤਾਂ ਉਹਨਾਂ ਨੂੰ ਯੂਪੀ 'ਚ ਸੱਟ ਵੱਜ ਸਕਦੀ ਹੈ। ਉਹ ਗੱਲ ਉਧਰ ਲਿਆ ਰਹੇ ਹੈ, ਗੱਲ ਵੱਡੇ ਮੁੱਦਿਆਂ ਤੋਂ ਆ ਕੇ ਫਿਰ ਗੱਲ ਬੱਚਿਆਂ ਤੇ ਆ ਰਹੀ ਹੈ ਕਿ ਹੁਣ ਉਹਦੇ ਸਰਕਾਰ ਦੀ ਗਲਤੀ ਹੈ। ਮੈਂ ਸਮਝਦਾ 3 ਗਲਤੀਆਂ ਇਹਨਾਂ ਨੇ ਕੀਤੀਆਂ। ਇਹਨਾਂ ਨੇ 15 ਤਰੀਕ ਨੂੰ ਜਿਹੜੀ ਐਡਵਾਈਜ਼ਰੀ ਉੱਥੇ ਦਿੱਤੀ ਐਮਬੈਸੀ ਨੇ, ਦੇਖੋ 15 ਨੂੰ ਦਿੱਤੀ ਹੈ ਔਰ 24 ਨੂੰ ਹਮਲਾ ਹੁੰਦਾ, 9 ਦਿਨ ਸੀ ਵਿੱਚ। 15 ਨੂੰ ਬਾਈਡਨ ਸਾਹਿਬ ਨੇ ਦੂਜੀ ਵਾਰ ਕਿਹਾ ਹੈ ਕਿ ਸਾਡਾ ਇਹ ਅੰਦਾਜ਼ਾ ਹੈ ਰੂਸ ਬਹੁਤ ਵੱਡਾ ਅਟੈਕ ਕਰੇਗਾ ਯੂਕਰੇਨ ਤੇ। ਅਸੀਂ ਇੱਕ ਐਡਵਾਈਜ਼ਰੀ ਭੇਜਤੀ, ਬੱਚਿਆਂ ਨੂੰ ਕਿਹਾ ਕਿ ਯੂ ਮੇ, ਅੰਗਰੇਜ਼ੀ ਕਹਿੰਦੇ ਤੁਸੀਂ ਹੋ ਸਕਦਾ ਚਾਹੋ ਤਾਂ ਚਲੇ ਜਾਓ ਦੇਸ਼ ਤੋਂ ਬਾਹਰ, ਇਹ ਨਹੀਂ ਕਿਹਾ ਕਿ ਤੁਸੀਂ ਨਿਕਲੋ ਦੇਸ਼ ਤੋਂ। ਪਹਿਲੀ ਗੱਲ ਤਾਂ ਇਹ ਸੀ। ਦੂਜੀ, ਫਿਰ ਨਾ ਕੋਈ ਉਸ ਵੇਲੇ ਇਹਨਾਂ ਨੇ 에ਅਰਲਾਈਨ ਨਾਲ ਗੱਲ ਕੀਤੀ। 에ਅਰ ਇੰਡੀਆ ਇਸ ਵੇਲੇ ਸਰਕਾਰ ਦੇ ਨੀਚੇ ਨਹੀਂ ਹੈ, ਟਾਟਾ ਨੂੰ ਵੇਚ ਦਿੱਤੀ ਹੈ। ਉਹਨੇ ਜਿਹੜੀਆਂ ਪਹਿਲੀਆਂ ਫਲਾਈਟਸ ਲਾਈਆਂ 60-60 ਹਜ਼ਾਰ ਉਹਨਾਂ ਨੇ ਟਿਕਟ ਮੰਗਿਆ ਉਸ ਵੇਲੇ। ਹੁਣ ਜੇ ਸਰਕਾਰ ਨੇ ਮੁਫਤ ਕੀਤਾ ਹੈ, ਇਹ ਫੈਸਲਾ ਸ਼ੁਰੂ ਚ ਕਰਨਾ ਚਾਹੀਦਾ ਸੀ। ਸਾਰੀਆਂ 에ਅਰਲਾਈਨਾਂ ਬੈਠ ਕੇ ਕਹਿੰਦੇ ਬਈ ਇਹ ਪੈਸੇ ਬਣਾਉਣ ਦਾ ਟਾਈਮ ਨਹੀਂ, ਤੁਸੀਂ ਘੱਟ ਕਰੋ ਔਰ ਅਸੀਂ ਸਰਕਾਰ ਦੇਵਾਂਗੇ ਜਿਹੜੀ ਹੁਣ ਕਰਨ ਲੱਗੇ ਹੈ। ਉਹ ਬੱਚੇ ਜਿਹੜੇ ਮੇਰੇ ਖਿਆਲ ਆਉਣਾ ਵੀ ਚਾਹੁੰਦੇ ਸੀ, ਉਹਨਾਂ ਡਰ ਗਏ ਕਿ 60,000 ਕੌਣ ਦੇਊਗਾ, ਉਹਨਾਂ ਕੋਲ ਪੈਸੇ ਹੁੰਦੇ ਨਾ ਹੁੰਦੇ। ਤੀਜੀ ਗੱਲ ਸੀ ਉਹ ਯੂਨੀਵਰਸਿਟੀਆਂ ਦੇ ਵੱਖ-ਵੱਖ ਉਹਨਾਂ ਦੇ ਨਿਯਮ ਨੇ, ਉੱਥੇ ਗੱਲ ਕਰਨੀ ਚਾਹੀਦੀ ਇਸ ਐਮਬੈਸੀ ਨੂੰ ਕਿ ਭਾਈ ਇਹਨਾਂ ਨੂੰ ਤੁਸੀਂ ਬਲੈਕਮੇਲ ਨਾ ਕਰੋ, ਇਹ ਨਾ ਕਰੋ ਤੁਹਾਡੀ ਅਸੀਂ ਡਿਗਰੀ ਨਹੀਂ ਦੇਵਾਂਗੇ, ਤੁਸੀਂ ਚਲੇ ਜਾਓਗੇ, ਕਿ ਇਹ ਸਥਿਤੀ ਠੀਕ ਨਹੀਂ ਹੈ। ਤੁਸੀਂ ਇਹ ਜਾਂ ਜਿਵੇਂ ਹੁਣ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦਾ ਅਖੀਰਲਾ ਸਾਲ ਅਸੀਂ ਇੱਥੇ ਮੈਡੀਕਲ ਕਾਲਜ ਚ ਲਵਾ ਲਾਂਗੇ, ਇਹ ਗੱਲਾਂ ਪਹਿਲਾਂ ਤੈਅ ਕਰਨ ਵਾਲੀਆਂ ਸੀ। ਤੀਜੀ ਗੱਲ, ਇਹ ਜਦ ਵੀ ਤੁਸੀਂ ਕੰਟੀਨਜੈਂਸੀ ਪਲੈਨਿੰਗ ਕਰਦੇ ਹੋ, ਮਤਲਬ ਕਿ ਕੋਈ ਵੀ ਪਲਾਨ ਫੌਜ ਦੀ ਹੁੰਦੀ ਹੈ ਕਿਸੇ ਚੀਜ਼ ਦੀ, ਉਹਦੇ ਚ ਤੁਸੀਂ ਸੌਖੀ ਤੋਂ ਸੌਖੀ ਹਾਲਤ ਚ ਕੀ ਕਰਾਂਗੇ, ਔਖੀ ਤੇ ਔਖੀ ਹਾਲਤ ਚ ਕੀ ਕਰਾਂਗੇ, ਵਰਸਟ ਕੇਸ ਸਿਨਾਰੀਓ ਉਹ ਨਹੀਂ ਬਿਲਡ ਕੀਤਾ। ਉਹਦੇ ਚ ਹੋਣਾ ਚਾਹੀਦਾ ਸੀਗਾ ਜੇ ਤਿੰਨੋਂ ਪਾਸਿਓਂ ਰੂਸ ਅਟੈਕ ਕਰ ਦਿੰਦਾ ਹੈ, ਜੋ ਕਿ ਇਹ ਜ਼ਰੂਰ ਹੈ, ਉਦੋਂ ਲੱਗ ਰਿਹਾ ਸੀ ਕਿ ਇੰਨੀ ਬੇਵਕੂਫੀ ਨਹੀਂ ਕਰੂਗਾ ਰੂਸ, ਪਰ ਜੇ ਕਰ ਦਿੰਦਾ ਹੈ ਉਸ ਸਥਿਤੀ 'ਚ ਤੁਹਾਡੇ ਕੋਲ ਕੋਈ ਪਲਾਨ ਹੋਣੀ ਚਾਹੀਦੀ ਸੀ। ਕਿੱਥੋਂ ਬੱਸਾਂ ਆਣਗੀਆਂ, ਜਿਹੜੇ ਬੱਚੇ ਬਿਲਕੁਲ ਰੂਸ ਦੀ ਸਰਹੱਦ ਨਾਲ ਲੱਗਦੇ ਹੈ ਔਰ ਬੈਲਾਰੂਸ ਨਾਲ ਲੱਗਦੇ ਆ, ਉਹਨਾਂ ਨੂੰ ਕਿਵੇਂ ਕੱਢਾਂਗੇ? ਉਹਨਾਂ ਨੂੰ ਸਿਰਫ ਇਹ ਕਹਿਣਾ ਕਿ ਤੁਸੀਂ ਪੱਛਮੀ ਹੱਦ ਤੇ ਆ ਜਾਓ, ਇਹ ਕਹਿਣਾ ਤਾਂ ਬੜਾ ਸੌਖਾ ਹੈ। ਉੱਥੇ 1000 2000 ਕਿਲੋਮੀਟਰ ਉਹ ਦੂਰ ਬੈਠੇ ਨੇ। ਗੋਲਾਬਾਰੀ ਸ਼ੁਰੂ ਹੋ ਗਈ, 24 ਦੇ ਬਾਅਦ ਵੱਧਦੀ ਗਈ। ਉਹ ਜਿਵੇਂ ਜਿਵੇਂ ਵੱਧਦੀ ਗਈ, ਉਹ ਬੱਚੇ ਹੁਣ ਜਿਹੜੇ ਅਖੀਰ 'ਚ ਫਸੇ ਹੋਏ ਆ ਸੂਮੀ 'ਚ ਨੇ। ਹੁਣ ਉਹਦੇ 'ਚ 2 ਚੀਜ਼ਾਂ ਆਈਆਂ, ਉਹਨਾਂ ਨੇ ਹੁਣੇ ਮੈਂ ਦੇਖਿਆ ਟਵੀਟ ਕਰ ਦਿੱਤਾ ਕਿ ਅਸੀਂ ਤਾਂ ਨਿਕਲ ਕੇ ਤੁਰ ਪਏ ਹਾਂ। ਹੁਣ ਜਿਹੜੇ ਇਹਦੇ 'ਚ ਰਿਸਪੌਂਸਿਬਿਲਿਟੀ ਹੋਏਗੀ ਉਹ ਭਾਰਤ ਸਰਕਾਰ ਦੀ ਹੋਊਗੀ ਜੇ ਅਸੀਂ ਮਰਦੇ ਹਾਂ। ਫਿਰ ਨਾਲ ਦੀ ਨਾਲ ਭਾਰਤ ਸਰਕਾਰ ਨੇ ਕਿਹਾ ਨਾ ਤੁਸੀਂ ਨਿਕਲੋ ਨਾ, ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਅੱਛਾ, ਰੂਸ ਇਹ ਕਹਿ ਰਿਹਾ, 2 ਗੱਲਾਂ ਆਈਆਂ। ਪੁਟਿਨ ਸਾਹਿਬ ਨੇ ਕਹਿਤਾ ਨਹੀਂ ਜੀ ਇਹਨਾਂ ਨੂੰ ਯੂਕਰੇਨ ਦੀ ਫੌਜ ਨੇ ਹਿਰਾਸਤ 'ਚ ਲਿਆ ਹੋਇਆ, ਜਿਹੜੀ ਗੱਲ ਗਲਤ ਹੈ। ਨਾਲ ਰੂਸ ਕਹਿ ਰਿਹਾ ਕਿ ਨਹੀਂ ਜੀ ਅਸੀਂ ਬੜੀਆਂ ਬੱਸਾਂ ਇੱਧਰ ਲਾਈਆਂ ਰੂਸ ਕਣੀ, ਇਹ ਇੱਧਰ ਆ ਜਾਣ ਤਾਂ ਇਹਨਾਂ ਨੂੰ ਬੱਸਾਂ ਤੇ ਬਿਠਾ ਦਾਂਗੇ। ਲੇਕਿਨ ਉਸ ਦੇ ਦਰਮਿਆਨ ਬੱਚੇ ਤੇ ਰੂਸੀ ਬੱਸਾਂ ਦੇ ਦਰਮਿਆਨ ਫੌਜਾਂ ਨੇ ਗੋਲੀਬਾਰੀ ਹੈ, ਫਾਸਲਾ ਹੈ, ਉਹ ਕਿਵੇਂ ਪੂਰਾ ਹੋਊਗਾ? ਸੋ ਇਹ ਬਹੁਤ ਧੁੰਦਲੀ ਹੋ ਗਈ ਹੈ ਪਿਕਚਰ। ਠੀਕ ਹੈ, ਇੱਕ ਛੋਟਾ ਵਕਫਾ ਲਵਾਂਗਾ ਕੇਸੀ ਸਿੰਘ ਜੀ, ਮੈਂ ਵਾਪਸ ਆ ਰਿਹਾ ਤੁਹਾਡੇ ਕੋਲੇ।
ਜਿਹੜਾ ਵਿਦਿਆਰਥੀਆਂ ਵਾਲਾ ਸਵਾਲ ਹੈਗਾ ਬਹੁਤ ਵੱਡਾ ਹੈਗਾ, ਹੋਰ ਜਿਹੜੇ ਉੱਥੇ ਇੰਡੀਅਨਸ ਆ ਉਹਨਾਂ ਦਾ ਸਵਾਲ ਵੀ ਬੜਾ ਵੱਡਾ ਹੈਗਾ, ਪਰ ਅਸੀਂ ਉਸ ਥਾਵਾਂ ਦੇ ਵਾਰਸ ਹਾਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ। ਅਸੀਂ ਸਾਰਿਆਂ ਦਾ ਭਲਾ ਚਾਹੁੰਦੇ ਹਾਂ। ਜੰਗ ਕਿਸੇ ਸਮੱਸਿਆ ਦਾ ਹੱਲ ਹੋ ਸਕਦਾ ਹੈ। ਰਸ਼ੀਆ ਨੇ ਕੀ ਕੀਤਾ ਕਿ ਰਸ਼ੀਆ ਦੇ ਖਿਲਾਫ ਆ ਜਿਹੜਾ ਸਾਡਾ ਸਟੈਂਡ ਹੈ ਉਹ ਸਪਸ਼ਟ ਹੋਣਾ ਚਾਹੀਦਾ ਸੀਗਾ। ਇਹ ਸਵਾਲ ਵੀ ਹੁਣੇ ਲਾਜ਼ਮੀ ਹੈ। ਪਹਿਲਾਂ ਸਵਾਲਾਂ ਦੇ ਨਾਲ ਜਿਹੜੇ ਗੁਆਂਢੀ ਮੁਲਕ ਸਾਡੇ ਕੋਲੇ ਹੈਗੇ ਆ, ਸਾਡੇ ਨਾਲ ਹੈ ਜਿਹੜੇ ਗੁਆਂਢੀ ਮੁਲਕ ਵਾਸਤੇ ਆ, ਉਹਨਾਂ ਬਾਬਤ ਸਾਡਾ ਇਸ ਵਕਤ ਸਟੈਂਡ ਕੀ ਹੈਗਾ ਕਿ ਅਸੀਂ ਉਸ ਤਾਕਤ ਦੇ ਨਾਲ ਉਸੇ ਰੁਤਬੇ ਦੇ ਨਾਲ ਖੜੇ ਹੋ ਸਕਾਂਗੇ ਜਿਵੇਂ ਪਹਿਲਾਂ ਖੜਦੇ ਸੀ, ਜਾਂ ਪਹਿਲਾਂ ਜਿਹੜੀ ਕਮਜ਼ੋਰੀ ਸੀ ਉਹ ਹੋਰ ਤਾਂ ਨਹੀਂ ਵੱਧ ਗਈ, ਜਾਂ ਜਿਹੜੀ ਪਹਿਲਾਂ ਤਾਕਤ ਸੀ ਕਿ ਕਿਤੇ ਉਹ ਕਮਜ਼ੋਰੀ ਤਾਂ ਨਹੀਂ ਬਣ ਗਈ। ਇਹੋ ਜਿਹੇ ਸਵਾਲ ਵੀ ਹੋਣੇ ਚਾਹੀਦੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕੇਸੀ ਸਿੰਘ ਸਾਡੇ ਨਾਲ ਮੌਜੂਦ ਹੈਗੇ ਆ। ਕੇਸੀ ਸਿੰਘ ਹੋਰਾਂ ਦਾ ਬੜਾ ਲੰਬਾ ਤਜਰਬਾ ਹੈਗਾ ਤੇ ਕਿੰਨੇ ਹੀ ਮੁਲਕਾਂ ਦੀ ਇਹ ਯਾਤਰਾ ਵੀ ਕਰ ਚੁੱਕੇ ਆ ਤੇ ਭਾਰਤ ਸਰਕਾਰ ਵੱਲੋਂ ਸੇਵਾਵਾਂ ਵੀ ਨਿਭਾ ਚੁੱਕੇ ਆ। ਕੇਸੀ ਸਿੰਘ ਜੀ, ਜੇ ਸਰ ਮੈਂ ਸਿੱਧਾ ਸਵਾਲ ਕਰਾਂ, ਜੋ ਚਾਈਨਾ ਪਾਕਿਸਤਾਨ ਨਾਲ ਸਾਡਾ ਸਵਾਲ ਜੁੜਦਾ ਹੈ ਉਸ ਬਾਬਤ ਵੀ ਸਰ ਸਾਡੀ ਚਰਚਾ ਠੱਪ ਪਈ ਹੈ। ਮੈਂ ਇਹ ਸਵਾਲ ਤੁਹਾਨੂੰ ਪਹਿਲਾਂ ਵੀ ਕਰ ਚੁੱਕਿਆ। ਉਸ ਬਾਬਤ ਜਿਹੜੀ ਸਾਡੀ ਸਟਰੈਂਥ ਹੈ ਉਹ ਸਟਰੈਂਥ ਹੈ ਅੱਗੇ ਨਾਲੋਂ ਸਾਡੀ ਕਮਜ਼ੋਰ ਹੋਈ ਹੈ ਜਾਂ ਵਧੀ ਹੈ ਸਰ? ਕੇਸੀ ਸਿੰਘ ਜੀ, ਇੱਕ ਸਵਾਲ ਇਹ ਹੈ ਸਰ। ਦੂਜਾ ਸਵਾਲ ਇਹ ਹੈ ਸਰ, ਜਿਹੜਾ ਅਸੀਂ ਐਕਸਾਈਜ਼ ਚਿੰਨ ਤੇ ਪੀਓਕੇ ਦਾ ਮੁੱਦਾ ਵਾਰ-ਵਾਰ ਚੁੱਕਦੇ ਸੀਗੇ, ਕਿ ਉਹ ਮੁੱਦਾ ਉਵੇਂ ਹੀ ਚੱਕਦੇ ਰਵਾਂਗੇ ਅਸੀਂ, ਜਾਂ ਉਸ ਬਾਬਤ ਹੀ ਸਾਨੂੰ ਮੁੜ ਤੋਂ ਸੋਚਣਾ ਪਊਗਾ? ਕੇਸੀ ਸਿੰਘ ਜੀ, ਦੇਖੋ, ਜਿਹੜਾ ਇਹਨਾਂ ਨੇ ਕਸ਼ਮੀਰ ਦੇ ਵਿੱਚ ਕਨਸਟੀਟਿਊਸ਼ਨਲ ਤਬਦੀਲੀਆਂ ਬੀਜੇਪੀ ਲਿਆਂਦੀ ਹੈ ਦੁਬਾਰਾ ਸਰਕਾਰ 'ਚ ਆਉਣ ਵੇਲੇ 2019 'ਚ, ਉਹਦਾ ਫਰਕ ਇਹ ਪਿਆ ਹੈ ਕਿ ਜੇ ਅਸੀਂ ਕਸ਼ਮੀਰ ਲਈਏ, ਇੱਕ ਪਾਸੇ ਲਦਾਖ ਹੈ ਔਰ ਦੂਜੇ ਪਾਸੇ ਪੀਓਕੇ ਹੈ, ਤਾਂ ਚੀਨ ਤੇ ਪਾਕਿਸਤਾਨ ਜਿਹੜੇ ਸਾਨੂੰ ਪਤਾ ਬੜੇ ਟਾਈਮ ਤੋਂ ਇਕੱਠੇ ਨੇ, ਚੀਨ ਉਹਨਾਂ ਦੀ ਮਦਦ ਵੀ ਸਾਰੀ ਤਰ੍ਹਾਂ ਕਰਦਾ ਹੈ, ਪਰਮਾਣੂ ਹਥਿਆਰ ਵੀ ਦਿੱਤੇ ਨੇ, ਉਹ ਹੁਣ ਖੁੱਲ ਕੇ ਬੇਸ਼ਰਮੀ ਨਾਲ ਸਾਹਮਣੇ ਆ ਗਈ ਹੈ ਉਹਨਾਂ ਦੀ ਗੱਠਜੋੜ। ਪਹਿਲਾਂ ਤਾਂ ਉਹ ਸ਼ਰਮੋ-ਸ਼ਰਮੀ ਚੁੱਪਚਾਪ ਕਰਦੇ ਸੀਗੇ, ਹੁਣ ਉਹਨਾਂ ਨੂੰ ਕੋਈ ਇਸ ਗੱਲ ਦੀ ਸ਼ਰਮ ਨਹੀਂ। ਸੋ ਇਸ ਕਰਕੇ ਜਦ ਅਸੀਂ ਉਹਨਾਂ ਨਾਲ ਹੁਣ ਇਹ ਵਰਤਦੇ ਹਾਂ, ਇਹ ਸਮਝ ਲੈਣਾ ਚਾਹੀਦਾ ਕਿ ਚੀਨ ਤੇ ਪਾਕਿਸਤਾਨ ਇੱਕੋ ਹੀ ਨੇ। ਔਰ ਉਦੋਂ ਵੀ ਜੇ ਦੇਖੋ, ਜਿੱਦਣ ਰੂਸ ਨੇ ਅਟੈਕ ਕੀਤਾ ਹੈ ਯੂਕਰੇਨ ਦੇ ਉੱਤੇ, ਇਮਰਾਨ ਖਾਨ ਜੀ ਮਾਸਕੋ 'ਚ ਖੜੇ ਸੀ, ਜਦ ਕੋਈ ਲੀਡਰ ਯੂਰਪ ਵਾਲੇ ਤਾਂ ਕਹਿ ਰਹੇ ਸੀ ਅਸੀਂ ਸੈਂਕਸ਼ਨਾਂ ਲਾਣੀਆਂ। ਸੋ ਇਹ ਪਾਕਿਸਤਾਨ, ਚੀਨ ਤੇ ਰੂਸ, ਇਹ ਨਵਾਂ ਜਿਹੜਾ ਇੱਕ ਗੱਠਜੋੜ ਬਣਦਾ ਜਾ ਰਿਹਾ ਹੈ, ਇਹ ਬੜਾ ਖਤਰਨਾਕ ਹੈ। ਹੁਣ ਇੱਕ ਬਹਾਨਾ ਇਹ ਦਿੱਤਾ ਜਾ ਰਿਹਾ ਕਿ ਅਸੀਂ ਰੂਸ ਦੇ ਖਿਲਾਫ ਉਹ ਰੈਜ਼ੋਲੂਸ਼ਨਸ ਤੇ ਵੋਟ ਨਹੀਂ ਪਾਣਾ ਚਾਹੁੰਦੇ, ਉਹ ਜ਼ਿਆਦਾ ਚੀਨ ਦੀ ਗੋਦੀ 'ਚ ਚਲੇ ਜਾਣਗੇ। ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿੰਨਾ ਪ੍ਰੈਸ਼ਰ ਇਕਨੋਮਿਕ ਸੈਂਕਸ਼ਨਸ ਤੇ ਫਾਈਨੈਂਸ਼ੀਅਲ ਸੈਂਕਸ਼ਨਸ ਜਿਹੜੀਆਂ ਲੱਗੀਆਂ ਨੇ ਰੂਸ ਦੇ ਉੱਤੇ, ਰੂਸ ਨੇ ਤਾਂ ਚੀਨ ਦੇ ਗੋਦੀ ਜਾਣਾ ਹੀ ਜਾਣਾ, ਉਹਨਾਂ ਕੋਲ ਕੋਈ ਇਲਾਜ ਹੈ ਨਹੀਂ। ਤੇ ਇਹ ਸੋਚਣਾ ਕਿ ਅਸੀਂ ਇਹ ਕਿਤੇ ਕਰਨਾ ਬੈਠੀਓ, ਸਾਡੇ ਘਰੇ ਤੇ ਨਹੀਂ ਹੋਣਾ। ਉਹ ਤਾਂ ਜਿੰਨਾ ਉਹਨਾਂ ਨੂੰ ਧੱਕਾ ਲਗਾਉਣਗੇ, ਜਿੰਨਾ ਉਹਨਾਂ ਦੀ ਇਕਨੋਮੀ ਤੇ ਪ੍ਰੈਸ਼ਰ ਪਾਉਣਗੇ, ਉਹਨਾਂ ਚੀਨ ਹੀ ਉਹਨਾਂ ਨੂੰ ਬਚਾਏਗਾ ਔਰ ਚੀਨ ਵੱਲ ਉਹਨਾਂ ਦਾ ਝੁਕਾਅ ਹੋਏਗਾ। ਉਹਨਾਂ ਦੀ ਇਹ ਆਇਲ, ਗੈਸ ਤੇ ਤੇਲ ਲੈਣਾ ਬੰਦ, ਕੱਚਾ ਤੇਲ ਲੈਣਾ ਬੰਦ ਕਰ ਦਿੰਦੇ ਆ ਤਾਂ ਚੀਨ ਹੀ ਲਊਗਾ, ਹੋਰ ਕੀ ਨਹੀਂ ਲੈਣਾ, ਪਾਕਿਸਤਾਨ ਤਾਂ ਲੈ ਨਹੀਂ ਸਕਦਾ। ਤਾਂ ਇਸ ਕਰਕੇ ਇੱਕ ਨਵੀਂ ਗੱਠਜੋੜ ਹੋ ਰਹੀ ਹੈ ਦੁਨੀਆ ਦੇ ਵਿੱਚ, ਨਵਾਂ ਤਰ੍ਹਾਂ ਦਾ ਸ਼ੀਤਲ ਯੁੱਧ ਜਾਂ ਕੋਲਡ ਵਾਰ, ਇਹ ਤਾਂ ਹੁਣ ਹੌਟ ਵਾਰ ਹੀ ਸ਼ੁਰੂ ਹੋ ਗਈ। ਉਹਦੇ ਵਿੱਚ ਚੀਨ, ਰੂਸ, ਪਾਕਿਸਤਾਨ ਵਰਗੇ ਦੇਸ਼ ਇੱਕ ਪਾਸੇ ਨੇ। ਔਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਜੇ ਸਾਡੇ ਨਾਲ ਕੋਈ ਖੜੂਗਾ ਤਾਂ ਇਸ ਵੇਲੇ ਅਮਰੀਕਾ ਹੀ ਖੜ ਰਿਹਾ ਹੈ ਔਰ ਪੱਛਮੀ ਦੇਸ਼ ਖੜਨਗੇ। ਅਦਰ ਚੀਨ ਦੇ ਮੁਕਾਬਲੇ ਦੇ ਵਿੱਚ ਰੂਸ ਨਹੀਂ ਆਉਣ ਲੱਗਿਆ ਸਾਡੇ ਕੋਲ। ਰੂਸ ਭਾਵੇਂ ਉੱਤੋਂ ਕਹੇ ਅਸੀਂ ਤੁਹਾਡੇ ਨਾਲ ਹੈ। ਕੇਸੀ ਸਿੰਘ ਜੀ, ਸਰ ਜਦੋਂ ਇਹ ਸਵਾਲ ਹੁੰਦਾ ਚਾਈਨਾ, ਰਸ਼ੀਆ, ਪਾਕਿਸਤਾਨ ਦਾ, ਉਦੋਂ ਇੱਕ ਸਵਾਲ ਇਹ ਵੀ ਹੋਣਾ ਚਾਹੀਦਾ ਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਜਿਹੜੇ ਵੈਸਟ ਵਾਲੇ ਸਾਰੇ ਕੰਟਰੀਜ਼ ਹੈਗੇ ਆ, ਕਿ ਉਹਨਾਂ ਨਾਲ ਰਿਸ਼ਤੇ ਸਾਡੇ ਉਨੇ ਹੀ ਕਾਇਮ ਰਹਿਣੇ ਚਾਹੀਦੇ ਜਿੰਨੇ ਅੱਜ ਹੈਗੇ ਆ, ਜਾਂ ਸਾਨੂੰ ਮੁੜ ਤੋਂ ਸੋਚਣਾ ਪਊਗਾ ਸਾਡੀ ਫੋਰਨ ਪਾਲਿਸੀ ਕੀ ਕਹਿੰਦੀ ਹੈ? ਜੇ ਅੱਜ ਤੁਸੀਂ ਸੇਵਾ ਵਿੱਚ ਹੁੰਦੇ, ਤੁਸੀਂ ਕੀ ਸਲਾਹ ਦਿੰਦੇ ਕੇਸੀ ਸਿੰਘ ਜੀ? ਦੇਖੋ, ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਰਕਾਰ ਜਿਸ ਤਰ੍ਹਾਂ ਦਾ ਇਹਨਾਂ ਨੇ ਸਟੈਂਡ ਲਿਆ ਰੂਸ ਤੇ, ਇਹ ਪਿਛਲੇ ਜਦ ਦੀ ਇਹਨਾਂ ਦੀ ਸਰਕਾਰ ਬੀਜੇਪੀ ਦੀ ਬਣੀ ਹੈ, ਨਹਿਰੂ ਨੂੰ ਨਕਾਰਨ ਲੱਗੇ ਹੋਏ ਆ। ਨਹਿਰੂ ਨੂੰ ਪਤਾ ਹੀ ਕੱਖ ਨਹੀਂ ਸੀ। ਜਿਹੜਾ ਕੁਝ ਹਿੰਦੁਸਤਾਨ 'ਚ ਖਰਾਬ ਹੋ ਗਿਆ ਨਹਿਰੂ ਨੇ ਕੀਤਾ। ਨਹਿਰੂ ਨੇ ਕੀ ਕੀਤਾ? ਨਾਨ ਅਲਾਈਨਮੈਂਟ ਬਣਾਈ। ਇਹ ਇਸ ਵੇਲੇ ਕੀ ਨੇ? ਨਿਊਟਰਲ ਨੇ। ਰੂਸ ਤੇ ਅਮਰੀਕਾ ਦੇ ਵਿੱਚ ਇਹ ਨਾਨ ਅਲਾਈਨ ਨਹੀਂ ਤਾਂ ਹੋਰ ਕੀ ਨੇ? ਅੱਛਾ, ਫਿਰ ਨਹਿਰੂ ਨੇ ਕੀ ਕੀਤਾ? ਸੋਸ਼ਲਿਜ਼ਮ ਲਿਆਂਦਾ। ਤੇ ਇਸ ਵੇਲੇ ਜਿਹੜੀਆਂ ਚੀਜ਼ਾਂ ਐਲਾਨਬਾਜ਼ੀ ਕਰਦੀ ਹੈ ਬੀਜੇਪੀ ਇਲੈਕਸ਼ਨਾਂ ਦੇ ਵਿੱਚ, ਆ ਵੀ ਫ੍ਰੀ, ਉਹ ਵੀ ਫ੍ਰੀ, ਇਹ ਜੇ ਸੋਸ਼ਲਿਜ਼ਮ ਨਹੀਂ ਹੈ, ਇੱਕ ਤਰ੍ਹਾਂ ਦਾ ਪੋਪੂਲਿਸਟ ਸੋਸ਼ਲਿਜ਼ਮ, ਹੋਰ ਕੀ ਹੈ? ਹਾਂ, ਦੂਜਾ ਫਰਕ ਇਹ ਜ਼ਰੂਰ ਹੈ ਕਿ ਕੁਝ ਵੱਡੇ ਇੰਡਸਟਰੀਅਲਿਸਟ ਨੂੰ ਇਹ ਫਾਇਦਾ ਦੇਣਾ ਚਾਹੁੰਦੇ ਆ ਜਿਹੜਾ ਨਹਿਰੂ ਨਹੀਂ ਸੀ ਦਿੰਦਾ, ਉਹਨਾਂ ਫਰਕ ਹੈ। ਅਦਰਵਾਈਜ਼ ਫਰਕ, ਗੱਲ ਤਾਂ ਉੱਥੇ ਹੀ ਹੈ। ਇੱਕ ਇਹ ਦੇਸ਼ ਨੈਸ਼ਨਲਿਜ਼ਮ ਤੇ
ਭੜਕਾਊ ਪ੍ਰਚਾਰ ਜ਼ਿਆਦਾ ਹੈ ਕਿ ਅਸੀਂ ਉਹ ਹੀ ਕਰਦੇ ਹਾਂ ਜੀ, ਸਾਨੂੰ ਦੇਸ਼ ਦਾ ਬਹੁਤ ਜ਼ਿਆਦਾ ਖਿਆਲ ਹੈ, ਜਿਹੜਾ ਪਹਿਲਾਂ ਕਿਸੇ ਸਰਕਾਰ ਨੂੰ ਸੀ ਨਹੀਂ। ਜਦ ਕਿ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ 2 ਹਿੱਸੇ ਕਰਕੇ ਦੁਨੀਆ ਦੇ ਅੱਗੇ ਪੇਸ਼ ਕਰ ਦਿੱਤਾ ਸੀ, ਜਦ ਅਮਰੀਕਾ ਨੇ ਸਾਰਾ ਜ਼ੋਰ ਲਾ ਲਿਆ, ਬੰਗਲਾਦੇਸ਼ ਬਣਾਤਾ। ਸੋ ਇਹ ਫੋਰਨ ਪਾਲਿਸੀ, ਵਿਦੇਸ਼ ਨੀਤੀ ਜਿਹੜੀ ਹੁੰਦੀ ਹੈ, ਦਰਿਆ ਵਾਂਗੂ ਹੁੰਦੀ ਹੈ। ਕੋਈ ਵੀ ਇੱਕ ਸਰਕਾਰ ਅੰਦਰ ਆ ਕੇ ਕਹੇ ਨਹੀਂ ਜੀ ਉਹ ਦਰਿਆ ਰੁਕ ਗਿਆ, ਇਸ ਤਾਂ ਨਵਾਂ ਦਰਿਆ ਚਲਾਇਆ ਹੈ, ਉਹ ਗਲਤ ਹੋਏਗਾ। ਉਹਦੇ ਤੁਸੀਂ ਤਬਦੀਲੀਆਂ ਥੋੜੀਆਂ ਮੋਟੀਆਂ ਕਰ ਸਕਦੇ ਹੋ, ਜਿਵੇਂ ਜਿਵੇਂ ਬਾਹਰਲੇ ਹਾਲਾਤ ਬਦਲਣ ਤਾਂ ਉਹ ਕਰਦੇ ਰਹਿਣੇ ਚਾਹੀਦੇ ਹੈ। ਮੈਂ ਸਮਝਦਾ ਮੋਦੀ ਸਾਹਿਬ ਨੇ ਕੀਤੇ, ਆਪਣੇ ਬਹੁਤ ਅੱਛੇ ਪਰਸਨਲ ਰਿਲੇਸ਼ਨਸ ਬਣਾਏ ਨੇ, ਚੰਗੀ ਗੱਲ ਹੈ। ਲੇਕਿਨ ਇਹ ਕਈ ਵਾਰ ਹੱਦ ਤੋਂ ਵੀ ਅੱਗੇ ਪਾਰ ਗਏ ਨੇ, ਜਿਵੇਂ ਪੁਤਿਨ ਦਾ ਹੱਥ ਫੜ ਕੇ ਕਹਿੰਦੇ ਸੀ ਇਸ ਵਾਰ, ਔਰ ਉਹਨਾਂ ਨੇ ਕਿਹਾ ਟਰੰਪ ਸਰਕਾਰ, ਤੁਸੀਂ ਕਿਸੇ ਦੇਸ਼ ਦੇ ਵਿੱਚ ਜਾ ਕੇ ਇੱਕ ਪਾਰਟੀ ਨੂੰ ਇੰਨੀ ਜ਼ਿਆਦਾ ਸਪੋਰਟ ਦੇਣੀ ਸ਼ੁਰੂ ਕਰ ਦੋ, ਉਹ ਨਹੀਂ ਕੀਤਾ ਕਦੇ, ਨਾ ਕਰਨਾ ਚਾਹੀਦਾ, ਕਿਉਂਕਿ ਬਾਈਡਨ ਜਿੱਤ ਗਿਆ। ਫਿਰ ਤੁਸੀਂ ਇਹ ਕੀ ਕੱਲ ਨੂੰ ਤੁਹਾਡੇ ਦੇਸ਼ 'ਚ ਆ ਕੇ ਕੋਈ ਆਪੋਜੀਸ਼ਨ ਨੂੰ ਸਪੋਰਟ ਕਰੇ ਤਾਂ ਤੁਸੀਂ ਰੌਲਾ ਪਾਓਗੇ। ਸੋ ਕਈ ਲਕੀਰਾਂ ਇਹਨਾਂ ਨੇ ਪਾਰ ਕੀਤੀਆਂ ਜਿਹੜੀ ਨਹੀਂ ਕਰਨੀਆਂ ਚਾਹੀਦੀਆਂ ਇੱਕ ਦੇਸ਼ ਨੂੰ। ਔਰ ਇਸੇ ਕਰਕੇ ਅੱਜ ਹਮੇਸ਼ਾ ਇਹ ਹੁੰਦਾ ਸੀਗਾ ਕਿ ਵਿਦੇਸ਼ ਨੀਤੀ ਜਦ ਸਰਹੱਦ ਪਾਰ ਕਰੀਏ, ਉੱਥੇ ਜੋ ਤੁਹਾਡੇ ਫਰਕ ਹੋਣ ਆਪੋਜੀਸ਼ਨ ਤੇ ਸਰਕਾਰ ਦੇ ਵਿੱਚ, ਉਹ ਅਸੀਂ ਘਰ ਹੀ ਛੱਡ ਜਾਂਦੇ ਹੁੰਦੇ ਸੀ, ਬਾਹਰ ਨਹੀਂ ਲੈ ਕੇ ਜਾਂਦੇ। ਬਾਹਰ ਅਸੀਂ ਇੱਕ ਹੁੰਦੇ ਸੀਗੇ। ਵਾਜਪਾਈ ਨੂੰ ਭੇਜਿਆ ਕਾਂਗਰਸ ਦੀਆਂ ਸਰਕਾਰਾਂ ਨੇ UN ਦੇ ਵਿੱਚ, ਜਦ ਸਾਨੂੰ ਲੋੜ ਪਈ ਹੈ, ਜਦ ਉਹ ਆਪੋਜੀਸ਼ਨ ਦੇ ਵਿੱਚ ਸੀਗੇ। ਉਹ ਰਵਾਇਤਾਂ ਟੁੱਟ ਗਈਆਂ ਨੇ ਕੁਝ, ਕਿਉਂਕਿ ਉੱਥੇ ਜਾ ਕੇ ਜੇ ਤੁਸੀਂ ਜਿਹੜੇ ਹਿੰਦੁਸਤਾਨ ਤਬਕੇ ਦੇ ਬੰਦੇ ਉਹਨਾਂ ਨੂੰ ਇਕੱਠੇ ਕਰਕੇ ਵੱਡੀਆਂ ਰੈਲੀਆਂ ਕਰਕੇ ਤੁਸੀਂ ਉਵੇਂ ਹੀ ਲੈਕਚਰ ਦਿਓ ਜਿਵੇਂ ਤੁਸੀਂ ਯੂਪੀ 'ਚ ਦਿੰਦੇ ਹੋ ਜਾਂ ਤੁਸੀਂ ਮੱਧ ਪ੍ਰਦੇਸ਼ ਦਿੰਦੇ ਹੋ, ਫਿਰ ਤੁਸੀਂ ਉਹ ਬੈਰੀਅਰ ਤੋੜ ਦਿੱਤੇ ਕਿ ਸਾਡੇ ਜਿਹੜੇ ਹਿੰਦੁਸਤਾਨ ਦੇ ਅੰਦਰ ਫਰਕ ਨੇ ਆਪੋਜੀਸ਼ਨ ਦੇ ਜਾਂ ਸਰਕਾਰ ਦੇ, ਉਹ ਅਸੀਂ ਦੇਸ਼ ਦੇ ਬਾਹਰ ਨਹੀਂ ਲੈ ਕੇ ਜਾਵਾਂਗੇ। ਸੋ ਇਹ ਕੁਝ ਸੋਚਣ ਵਾਲੀਆਂ ਗੱਲਾਂ ਹਨ। ਤੁਸੀਂ ਕੇਸੀ ਸਿੰਘ ਜੀ 2 ਵੱਡੇ ਇਸ਼ਾਰੇ ਕੀਤੇ ਆ। ਇੱਕ ਤੁਸੀਂ ਇਹ ਕਿਹਾ ਕਿ ਬਾਰਡਰ ਕ੍ਰਾਸ ਕੀਤੇ ਇਹਨਾਂ ਨੇ ਕਈ ਚੀਜ਼ਾਂ ਦੇ ਵਿੱਚ, ਉਹਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮਿਲਣਾ, ਉਸ ਦਾ ਵੀ ਜ਼ਿਕਰ ਹੁੰਦਾ, ਤੇ ਮਿਸਟਰ ਟਰੰਪ ਬਾਰੇ ਜਿਹੜਾ ਨਾਅਰਾ ਦੇਣਾ, ਉਸ ਦਾ ਵੀ ਜ਼ਿਕਰ ਹੁੰਦਾ। ਕੇਸੀ ਸਿੰਘ ਜੀ, ਜੇ ਤੁਸੀਂ, ਮੈਂ ਫਿਰ ਸਵਾਲ ਕਰ ਰਿਹਾ, ਜੇ ਤੁਸੀਂ ਇਸ ਵਕਤ ਸੇਵਾ 'ਚ ਹੁੰਦੇ, ਕੀ ਤੁਸੀਂ ਕਹਿ ਦੇਣਾ ਸੀ ਕਿ ਖੁੱਲ੍ਹ ਕੇ ਰੂਸ ਦੇ ਖਿਲਾਫ ਖੜੇ ਹੋ ਜਾਓ ਸਾਡੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ? ਕੇਸੀ ਸਿੰਘ ਜੀ ਦੇਖੋ, ਉਹ ਵੋਟ ਭਾਵੇਂ ਤੁਸੀਂ ਉਧਰ ਹੀ ਪਾਉਂਦੇ, ਲੇਕਿਨ ਤੁਹਾਡੀ ਜਿਹੜੀ ਐਕਸਪਲੇਨੇਸ਼ਨ ਉਹ ਵੋਟ ਹੁੰਦੀ ਹੈ, ਜਿਹੜੀ ਤੁਹਾਡਾ ਬਿਆਨ ਆਉਂਦਾ ਉਹਦੇ ਬਾਅਦ, ਉਹ ਬਿਆਨ ਹੁਣ ਤਿੱਖਾ ਹੋ ਗਿਆ। ਹੁਣ ਹਿੰਦੁਸਤਾਨ ਨੇ ਥੋੜਾ ਜਿਹਾ ਤਿੱਖਾ ਕਰ ਦਿੱਤਾ ਹੈ ਕਿ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਬਾਰੇ ਧਿਆਨ ਰੱਖਣਾ ਚਾਹੀਦਾ। ਵੈਸੇ ਉਹ ਕੀਤਾ ਇਹਨਾਂ ਨੇ, ਪਹਿਲਾਂ ਵੀ ਕੀਤਾ, ਲੇਕਿਨ ਉਹ ਥੋੜਾ ਜਿਹਾ ਹੋਰ ਤਿੱਖਾ ਹੋ ਸਕਦਾ ਸੀ। ਔਰ ਇਹ ਜਿਵੇਂ ਹੁਣ ਦੇਖੋ, ਉਦੋਂ ਵੀ ਹੋਇਆ ਜਦ ਸਾਡੇ ਬੰਦੇ ਕੁਵੈਤ 'ਚ ਫਸੇ ਸੀ ਤੇ ਗੁਜਰਾਲ ਸਾਹਿਬ ਪਹੁੰਚ ਗਏ ਕੁਵੈਤ 'ਚ, ਜਦ ਸਦਾਮ ਹੁਸੈਨ ਨੇ ਰੋਕਿਆ ਹੋਇਆ ਸੀ ਕੁਵੈਤ। ਉਹ ਖਲੀਜ ਦੇ ਦੇਸ਼ਾਂ ਨੇ ਬੜਾ ਉਹਦੇ ਤੇ ਨਾਰਾਜ਼ ਹੋਏ ਕਿ ਇੱਕ ਰੁਕਿਆ ਹੋਇਆ ਦੇਸ਼ ਹੈ, ਤੁਸੀਂ ਜਿਹਨੇ ਰੋਕਿਆ ਹੋਇਆ ਹੈ ਉਹਦੇ ਨਾਲ ਜਾ ਕੇ ਕਿਉਂ ਗੱਲ ਕਰਦੇ ਹੋ, ਕਿਉਂ ਉੱਥੇ ਗਏ ਹੋ, ਹਾਲਾਂਕਿ ਤੁਸੀਂ ਆਪਣੇ ਬੰਦੇ ਬਾਹਰ ਕੱਢਨੇ ਆ, ਹੋਰ ਬੰਦਿਆਂ ਦੇ ਵੀ, ਹੋਰ ਦੇਸ਼ਾਂ ਦੇ ਵੀ ਬੰਦੇ ਫਸੇ ਹੋਏ ਆ। ਸੋ ਕਈ ਵਾਰ ਇਹ ਮੁਸ਼ਕਿਲ ਹੁੰਦਾ ਹੈ। ਵੋਟ ਤਾਂ ਭਾਵੇਂ ਇੰਜ ਹੀ ਪਾਉਂਦੇ, ਲੇਕਿਨ ਸਾਰਾ ਇਹ ਹੋ ਸਕਦਾ ਹਿਊਮਨ ਰਾਈਟਸ ਵਾਲੇ 'ਚ, ਜਨੀਵਾ 'ਚ ਇਹਨਾਂ ਨੂੰ ਨਹੀਂ ਸੀ ਉਹਦੇ ਤੇ ਰੁਕਣਾ ਚਾਹੀਦਾ। ਉਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਉੱਥੇ ਇਹਨਾਂ ਨੂੰ ਕਹਿਣਾ ਚਾਹੀਦਾ ਸੀਗਾ। ਸਾਫ਼ ਹੀ ਨਜ਼ਰ ਆ ਰਿਹਾ ਕਿ ਮਨੁੱਖੀ ਅਧਿਕਾਰ, ਜਦੋਂ ਬੰਬ ਸਿੱਟ ਰਹੇ ਨੇ ਸਿਵਲੀਅਨ ਏਰੀਆ 'ਚ, ਤਾਂ ਇਹਦੇ ਤੇ ਕੀ ਰਹਿ ਗਿਆ? ਮਨੁੱਖੀ ਅਧਿਕਾਰ 'ਚ ਕੀ ਬਚਿਆ? ਸੋ ਜਨੀਵਾ 'ਚ ਇਹਨਾਂ ਨੂੰ ਉਹਨਾਂ ਦੇ ਵਰਖਲਾ ਪਾਣੀ ਚਾਹੀਦੀ ਸੀ। ਸਿਕਿਉਰਿਟੀ ਕਾਉਂਸਲ 'ਚ ਮੰਨ ਲਿਆ ਤੁਸੀਂ ਅੱਧ ਵਿਚਾਲੇ ਰਹਿ ਗਏ। ਔਰ ਮੈਂ ਕਹਿੰਦਾ ਜਨਰਲ ਅਸੈਂਬਲੀ 'ਚ ਵੀ ਇਹ ਸਟੇਟਮੈਂਟ ਥੋੜੀ ਗਰਮ ਹੋਣੀ ਚਾਹੀਦੀ ਸੀ, ਜਿਹਦੇ 'ਚ ਅਸੀਂ ਇਹ ਇਸ਼ਾਰਾ ਦਿੰਦੇ ਰੂਸ ਨੂੰ ਕਿ ਇਹ ਤੁਸੀਂ ਜੋ ਕਰ ਰਹੇ ਹੋ ਇਹ ਗਲਤ ਹੈ। ਚਲੋ, ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਇਸੇ ਮੁੱਦੇ ਤੇ ਰਵਾਂਗੇ ਕਿਉਂਕਿ ਬਹੁਤ ਇੰਟਰਸਟਿੰਗ ਗੱਲਾਂ ਬਾਤਾਂ ਤੁਸੀਂ ਦੱਸਦੇ ਪਏ ਹੋ। ਕੇਸੀ ਸਿੰਘ ਜੀ, ਤੁਹਾਡਾ ਬਹੁਤ ਲੰਬਾ ਤਜਰਬਾ ਹੈਗਾ, ਤੁਹਾਨੂੰ ਲੋਕ ਸੁਣਦੇ ਵੀ ਬਹੁਤ ਹੈਗੇ ਆ। ਅੱਜ ਜਿਹੜਾ ਕੋਈ ਤੁਸੀਂ ਦੱਸ ਰਹੇ ਹੋ, ਕੀ ਉਹ ਜ਼ਮੀਨੀ ਹਕੀਕਤ ਉਹਦੀ ਵਾਕਈ ਉਵੇਂ ਹੈਗੀ ਆ ਜਿਸ ਤਰੀਕੇ ਨਾਲ ਭਾਰਤ ਸਟੈਂਡ ਲੈ ਰਿਹਾ, ਜਾਂ ਉਹਦੇ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਸੀਗੇ? ਇਸ ਬਾਬਤ ਅਸੀਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅਸੀਂ ਸਿਰਫ ਇਹ ਸੋਚਦੇ ਪਏ ਹਾਂ ਕਿ ਰੂਸ ਯੂਕਰੇਨ ਦੀ ਜੰਗ ਦਾ ਅਸਰ ਸਿਰਫ ਉਧਰਲੇ ਮੁਲਕਾਂ ਤੱਕ ਰਹਿਣਾ, ਨਹੀਂ, ਪੂਰੀ ਦੁਨੀਆ 'ਤੇ ਅਸਰ ਹੋਣਾ ਤੇ ਭਾਰਤ ਵੀ ਬਹੁਤ ਪ੍ਰਭਾਵਿਤ ਹੋਣਾ। ਅਸੀਂ ਇਸ ਬਾਬਤ ਜ਼ਿਕਰ ਨਹੀਂ ਕਰਦੇ ਪਏ। ਇਹ ਇਕੱਲਾ ਮਹਿੰਗਾਈ ਦਾ ਮੁੱਦਾ ਨਹੀਂ ਹੈਗਾ, ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਮੁੱਦਾ, ਇਸ ਕਰਕੇ ਚੁੱਕ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕੇਸੀ ਸਿੰਘ ਹਰੀ ਸਾਡੇ ਨਾਲ ਮੌਜੂਦ ਹੈਗੇ ਆ। ਸਰ, ਜੇ ਜਿਸ ਤਰੀਕੇ ਨਾਲ ਕੇਂਦਰੀ ਮੰਤਰੀਆਂ ਦੀ ਉੱਥੇ ਡਿਊਟੀ ਲਗਾਈ ਗਈ ਹੈ, ਤੁਸੀਂ ਜਾਓ, ਰੋਜ਼ ਇੱਥੇ ਰਿਵਿਊ ਮੀਟਿੰਗਸ ਹੁੰਦੀਆਂ ਪਈਆਂ, ਇੱਕ ਚੰਗਾ ਇਨੀਸ਼ੀਏਟਿਵ ਹੈ ਕੇਸੀ ਸਿੰਘ ਜੀ? ਨਹੀਂ, ਦੇਖੋ, ਇਹ ਤਾਂ ਕਰਨੀਆਂ ਚਾਹੀਦੀਆਂ। ਮੇਰਾ ਨਹੀਂ ਖਿਆਲ ਕੋਈ ਇੰਨਾ ਜ਼ਰੂਰੀ ਸੀ ਮਿਨਿਸਟਰਾਂ ਨੂੰ ਭੇਜਣਾ, ਇਹ ਦਿਖਾਉਣ ਲਈ ਜ਼ਰੂਰੀ ਹੋ ਜਾਂਦਾ ਹੈ।
ਆਮ ਤੌਰ ਤੇ ਦੇਖਿਆ ਹੋਇਆ ਮਿਨਿਸਟਰ ਉੱਥੇ ਚਲੇ ਜਾਣ ਤਾਂ ਜਿਹੜੀ ਐਮਬੈਸੀ ਨੇ ਕੰਮ ਕਰਨਾ ਹੁੰਦਾ ਹੈ ਸਮਕਾ ਉਹਦੇ 'ਚ ਵਿਘਨ ਪੈਂਦਾ ਹੈ। ਤੁਸੀਂ ਦੇਖਿਆ ਕੀ ਕਰ ਰਹੇ ਆ ਵੀਕੇ ਸਿੰਘ ਜੀ ਜਹਾਜ਼ ਦੇ ਅੰਦਰ ਖੜੇ ਆ ਟੋਪੀ ਪਾ ਕੇ। ਤੁਸੀਂ ਦੇਖਿਆ ਉਹਦੀ ਕਿਵੇਂ ਜੋਤਿਰਾਦਿੱਤਿਆ ਸਿੰਧਿਆ ਦੀ ਬੇਇੱਜ਼ਤੀ ਕੀਤੀ ਰੋਮੇਨੀਆ ਦੇ ਮੇਅਰ ਨੇ। ਜਦ ਉਹ ਬੜਾ ਆਪਣਾ ਕਹਿ ਰਿਹਾ ਸੀ ਆਹ ਕੀਤਾ, ਉਹਨੇ ਕਿਹਾ ਜੀ ਕੀਤਾ ਤਾਂ ਅਸੀਂ ਇਹ ਸਾਰਾ ਕੁਝ, ਤੁਸੀਂ ਕੀ ਕਰੀ ਜਾਂਦੇ ਹੋ। ਤੋ ਇਸ ਕਰਕੇ ਇਹ ਆਪਣਾ ਬੈਂਡ ਵਜਾਉਣਾ ਉੱਥੇ ਜ਼ਰੂਰੀ ਨਹੀਂ ਹੁੰਦਾ, ਇਹ ਅਫਸਰਾਂ ਤੇ ਛੱਡ ਦਿਓ, ਅਫਸਰ ਚੁੱਪਚਾਪ ਆਪਣਾ ਕੰਮ ਕਰੀ ਜਾਂਦੇ ਆ। ਲੇਕਿਨ ਬੀਜੇਪੀ ਨੂੰ ਕਿਉਂਕਿ ਇਸ ਵੇਲੇ ਯੂਪੀ 'ਚ ਇਲੈਕਸ਼ਨ ਚੱਲ ਰਹੀ ਹੈ, ਜਿਹੜੀ ਬੜੀ ਕੰਡੇ ਦੀ ਲੜਾਈ ਹੈ ਉਹਨਾਂ ਦੀ, ਤੋ ਉਸ ਕਰਕੇ ਬੀਜੇਪੀ ਨੂੰ ਇਹ ਇਵੈਂਟ ਮੈਨੇਜਮੈਂਟ ਕਰਨਾ ਪੈ ਰਿਹਾ ਹੈ। ਔਰ ਮਿਨਿਸਟਰ ਤਾਂ ਉਹਨਾਂ ਦੇ ਸਾਰੇ ਕਲਾਕਾਰ ਨੇ, ਉਹਨਾਂ ਨੂੰ ਜਿਵੇਂ ਉਹਨਾਂ ਦੀ ਡਿਊਟੀ ਲੱਗ ਜਾਂਦੀ, ਸਕ੍ਰਿਪਟ ਦਿੱਤਾ ਜਾਂਦਾ ਉਵੇਂ ਪੜ੍ਹ ਦਿੰਦੇ ਵਿਚਾਰੇ ਜਾ ਕੇ ਮਿਨਿਸਟਰ ਕੀ ਕਰਨ। ਕੇਸੀ ਸਿੰਘ ਜੀ, ਤੁਸੀਂ ਇਹਨਾਂ ਤਿੱਖਾ ਕਿਉਂ ਬੋਲਦੇ ਬੀਜੇਪੀ ਦੇ ਖਿਲਾਫ? ਇਹ ਮੈਂ ਤੁਹਾਨੂੰ ਕਦੇ ਸਵਾਲ ਕੀਤਾ ਨਹੀਂ, ਅੱਜ ਕਰ ਰਹੇ ਹਾਂ, ਕਿਉਂ? ਮੈਂ ਇੰਨਾ ਹੀ ਤਿੱਖਾ ਮਨਮੋਹਨ ਸਿੰਘ ਦੇ ਖਿਲਾਫ ਬੋਲਦਾ ਸੀ ਜਦ ਉਹਨੇ ਮੀਟਿੰਗ ਸ਼ਰਮਲ ਸ਼ੇਖ 'ਚ ਕੀਤੀ ਸੀ ਜਾ ਕੇ। ਮੈਂ ਇੰਨਾ ਹੀ ਖਿਲਾਫ ਉਹਨਾਂ ਦੇ ਬੋਲਦਾ ਸੀਗਾ ਜਦ 26/11 ਹੋਇਆ। ਮੈਂ ਕਿਹਾ ਚੁੱਪਚਾਪ ਕਿਉਂ ਬੈਠੇ ਹੈ। ਦੇਖੋ ਜੇ ਤਿੱਖਾ ਨਹੀਂ ਬੋਲੋਗੇ ਜਿਹੜੀ ਵੀ ਸਰਕਾਰ ਹੋਊਗੀ ਤਾਂ ਫਿਰ ਫਾਇਦਾ ਕੀ ਟੈਲੀਵਿਜ਼ਨ ਤੇ ਆਉਣ ਦਾ ਜਾਂ ਲਿਖਣ ਦਾ। ਸੋ ਜਦ ਤੁਸੀਂ ਗਲਤ ਚੀਜ਼ ਨੂੰ ਗਲਤ ਨਹੀਂ ਕਹੋਗੇ ਤਾਂ ਸਰਕਾਰ ਜਿਹੜੀ ਸੱਤਾ 'ਚ ਹੈ ਉਹ ਸਿੱਖੂਗੀ ਕੀ? ਉਹਨੂੰ ਚੁੰਡੀ ਨਹੀਂ ਵੱਢੋਗੇ ਤਾਂ ਫਰਕ ਕੀ ਪਊਗਾ। ਮੈਂ ਇੰਨਾ ਹੀ ਲੋਕ ਭੁੱਲ ਜਾਂਦੇ ਆ। ਮੈਂ 10 ਸਾਲ ਉਹਨਾਂ ਦੀ, ਮੈਂ 2 ਸਾਲ ਤਾਂ ਉਹਨਾਂ ਦੇ ਨੀਚੇ ਕੰਮ ਕੀਤਾ। 2008 'ਚ ਮੈਂ ਰਿਟਾਇਰ ਹੋ ਗਿਆ ਸੀ, ਉਹਦੇ ਬਾਅਦ 26/11 ਤੋਂ ਮੈਂ ਬੋਲਣ ਲੱਗਿਆ ਹੋਇਆ, ਟੈਲੀਵਿਜ਼ਨ ਤੇ ਲਿਖਣ ਲੱਗਿਆ ਹੋਇਆ। ਤੇ ਸਰਕਾਰ ਦੀ ਜਦ ਤਾਈਂ ਤੁਸੀਂ ਮੁੱਦਿਆਂ ਦੇ ਉੱਤੇ ਆਲੋਚਨਾ ਨਹੀਂ ਕਰੋਗੇ ਔਰ ਦੱਸੋਗੇ ਨਹੀਂ ਲੋਕਾਂ ਨੂੰ ਕਿ ਇਹ ਗੱਲ ਠੀਕ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ, ਤਾਂ ਉਦੋਂ ਤਾਈਂ ਲੋਕਾਂ ਨੂੰ ਕਿਵੇਂ ਸਮਝ ਆਊਗੀ ਕਿ ਸਰਕਾਰ ਜਿਹੜੀ ਗੱਲ ਕਰ ਰਹੀ ਹੈ ਉਹਨੂੰ ਕਿਵੇਂ ਰੋਕਣਾ ਹੈ। ਸੋ ਇਹ ਕੱਲਾ ਬੀਜੇਪੀ ਦਾ ਨਹੀਂ ਹੈ, ਬੀਜੇਪੀ ਅੱਜ ਸੱਤਾ 'ਚ ਹੈ, ਜੇ ਸੱਤਾ 'ਚ ਹੈ ਤਾਂ ਉਹਨਾਂ ਨੂੰ ਸਵਾਲ ਸਾਨੂੰ ਪੁੱਛਣੇ ਚਾਹੀਦੇ ਆ। ਨਹੀਂ, ਸੱਤਾ ਦਾ ਵਿਰੋਧ ਹਮੇਸ਼ਾ ਹੁੰਦਾ ਹੈ, ਸੱਤਾ ਦੀ ਆਲੋਚਨਾ ਹੁੰਦੀ ਹੈ, ਪਰ ਕੇਸੀ ਸਿੰਘ ਜੀ ਜਿਸ ਤਰੀਕੇ ਨਾਲ ਹੁਣ ਤੁਹਾਡੇ ਵਰਗੇ ਲੋਕ ਵੀ ਕਹਿੰਦੇ ਆ, ਮੈਂ ਤੁਹਾਡੇ ਨਾਲ ਜਦੋਂ ਪਹਿਲਾਂ ਵੀ ਇੰਟਰਵਿਊਜ਼ ਕੀਤੀਆਂ, ਤੁਸੀਂ ਲੋਕ ਇਹ ਕਹਿੰਦੇ ਹੋ ਕਿ ਹੁਣ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹਦੇ ਤੇ ਪਹਿਰਾ ਲੱਗਿਆ ਹੋਇਆ। ਜਦੋਂ ਰੂਸ ਯੂਕਰੇਨ ਦਾ ਮੁੱਦਾ ਹੁੰਦਾ ਸਰ, ਉਦੋਂ ਜਦੋਂ ਅਸੀਂ ਭਾਰਤ ਦੀ ਸਥਿਤੀ ਦੀ ਗੱਲ ਕਰਦੇ ਹਾਂ, ਸਾਡੇ ਅੱਗੇ ਇਸ ਤਰੀਕੇ ਨਾਲ ਪਿਕਚਰ ਰੱਖੀ ਜਾ ਰਹੀ ਹੈ ਕਿ ਤੁਸੀਂ ਸਿਰਫ ਇੰਨੀ ਹੀ ਗੱਲ ਕਰੋ ਕਿ ਅਸੀਂ ਇੰਡੀਅਨਸ ਨੂੰ ਵਾਪਸ ਕਿਵੇਂ ਲਿਆਉਣਾ, ਅਸੀਂ ਉਹਨਾਂ ਨੂੰ ਇਵੈਕੂਏਟ ਕਿਵੇਂ ਕਰਨਾ, ਬਸ ਇਸ ਬਾਬਤ। ਇਸ ਤੋਂ ਅੱਗੇ ਚਰਚਾ ਸਾਡੇ ਠੱਪ ਪਈ ਹੈ ਕੇਸੀ ਸਿੰਘ ਜੀ। ਮੈਂ ਨਹੀਂ ਕਹਿ ਰਿਹਾ ਕਿ ਮੈਂ ਸਿਰਫ ਇਹ ਚਰਚਾ ਕਰਦਾ ਪਿਆ, ਬਹੁਤੇ ਹਿੱਸਿਆਂ ਵਿੱਚ ਚਰਚਾ ਬੰਦ ਪਈ ਹੈ ਕੇਸੀ ਸਿੰਘ ਜੀ। ਉਹ ਬਿਲਕੁਲ ਗੱਲ ਠੀਕ ਹੈ ਕਿਉਂਕਿ ਉਹ ਸਰਕਾਰ ਨਹੀਂ ਚਾਹੁੰਦੀ ਕਿ ਹੋਰ ਮੁੱਦਿਆਂ ਤੇ ਚਰਚਾ ਕਰੋ। ਸਾਨੂੰ ਪਤਾ ਹੈ ਇਸ ਵੇਲੇ ਕਿਸ ਤਰ੍ਹਾਂ ਦਾ ਦਬਾਅ ਹੈ ਪ੍ਰੈਸ ਦੇ ਉੱਤੇ, ਪਰ ਸਾਰੀ ਪ੍ਰੈਸ ਤੇ ਨਹੀਂ ਹੈ। ਤੁਹਾਡੇ ਵਰਗੀਆਂ ਚੈਨਲਸ ਹੈ, ਹੋਰ ਵੀ ਕਈ ਚੈਨਲਸ ਹੈ ਜਿਨ੍ਹਾਂ ਤੇ ਜਾ ਕੇ ਮੈਂ ਤਾਂ ਇੰਝ ਹੀ ਬੋਲਦਾ, ਦੂਸਰਿਆਂ ਤੇ ਵੀ ਜਾ ਕੇ ਇੰਝ ਹੀ ਗੱਲ ਕਰੀਂਦੀ ਹੈ। ਹੁਣ ਬਹੁਤ ਚੈਨਲਸ ਤੇ ਜਾਈਂਦਾ ਨਹੀਂ ਜਿਨ੍ਹਾਂ ਤੇ ਪਹਿਲਾਂ ਜਾਈਂਦਾ ਸੀ। ਇੱਕ ਉਹਨਾਂ ਚੋਂ ਮੈਨੂੰ ਇੱਕ ਦਿਨ ਬੁਲਾ ਰਹੇ ਸੀਗੇ, ਨਹੀਂ ਜੀ ਕਹਿੰਦੇ ਸਾਨੂੰ ਇਹੋ ਜਿਹਾ ਪੁਆਇੰਟ ਆਫ ਵਿਊ ਵੀ ਚਾਹੀਦਾ। ਮੈਂ ਕਿਹਾ ਉਹ ਮੈਨੂੰ ਪਤਾ ਕਿਸ ਲਈ ਚਾਹੀਦਾ ਤੁਹਾਨੂੰ, ਕਿਉਂਕਿ ਉੱਥੇ ਤੁਸੀਂ ਜਿਹੜਾ ਰਾਗ ਵਜਾਉਣ ਲੱਗੇ ਹੋਏ ਹੋ ਉਹਦੇ ਤੁਹਾਨੂੰ ਥੋੜਾ ਜਿਹਾ ਫਰਕ, ਰਾਗ ਵੀ ਚਾਹੀਦਾ ਨਹੀਂ। ਲੋਕ ਕਹਿੰਦੇ ਆ ਤਾਂ ਇੱਕੋ ਹੀ ਰਾਗ ਵਜਾਉਂਦੇ ਆ। ਮੈਂ ਕਿਹਾ ਮੇਰਾ ਇਹ ਕੰਮ ਨਹੀਂ ਹੈ ਕਿ ਮੈਂ ਉੱਥੇ ਆ ਜਾ, ਤੁਸੀਂ 3-4 ਬੰਦੇ ਇਕੱਠੇ ਕਰਕੇ ਐਵੇਂ ਕੁੱਟਣੇ ਸ਼ੁਰੂ ਕਰ ਲਓ ਬੰਦੇ, ਲੜਾਈ ਕਰਨ ਦਾ ਨਹੀਂ ਹੈ। ਮੁੱਦਿਆਂ ਤੇ ਤੁਸੀਂ ਡਿਬੇਟ ਕਰਨੀ ਹੈ, ਚਰਚਾ ਕਰਨੀ ਹੈ ਤਾਂ ਉਹੋ ਜਿਹੇ ਬੰਦੇ ਬੁਲਾਓ ਜਿਹੜੇ ਕਿਸੇ ਸਤਰ ਦੇ ਨੇ, ਜਿਹੜੇ ਮੁੱਦਿਆਂ ਤੇ ਰਹਿਣਗੇ, ਪਰਸਨਲ ਨਹੀਂ ਹੋਣਗੇ। ਸੋ ਮੁੱਦਿਆਂ ਤੇ ਰਹਿ ਕੇ ਗੱਲ ਕਰਾਂਗੇ। ਜਿਹੜੀ ਮੈਂ ਗੱਲ ਕੀਤੀ ਹੈ ਉਹ 'ਚ ਦੱਸੋ ਮੁੱਦਿਆਂ ਤੇ ਕਿਹੜੀ ਗਲਤ ਕੀਤੀ ਹੈ। ਚਲੋ ਮੈਂ ਮੁੱਦੇ ਤੇ ਆ ਰਿਹਾ। ਕੇਸੀ ਸਿੰਘ ਜੀ, ਜੇ ਅਸੀਂ ਅਮਰੀਕਾ ਤੋਂ ਥੋੜਾ ਜਿਹਾ ਦੂਰ ਹੁੰਨੇ ਆ ਕੀ ਸਾਨੂੰ ਨੁਕਸਾਨ ਹੋਊਗਾ ਸਰ? ਮੈਂ ਆਰਥਿਕ ਤੌਰ ਤੇ ਵੀ ਗੱਲ ਕਰ ਰਿਹਾ ਸਰ, ਸੁਰੱਖਿਆ ਤੌਰ ਤੇ ਵੀ ਗੱਲ ਕਰਦਾ ਪਿਆ। ਮੈਂ ਤਾਂ ਕਦੇ ਇਹ ਵੀ ਨਹੀਂ ਸੀ ਕਹਿੰਦਾ ਕਿ ਉਹਨਾਂ ਨਾਲ ਖੜੇ ਹੋ ਕੇ ਅਸੀਂ ਨਾਰੇ ਲਾਈਏ, ਨਾ ਸਾਨੂੰ ਬਹੁਤਾ ਦੂਰ ਹੋਣਾ ਚਾਹੀਦਾ। ਲੇਕਿਨ ਇੱਕ ਚੀਜ਼ ਜ਼ਰੂਰ ਹੈ, ਜੇ ਚੀਨ ਦਾ ਅਸੀਂ ਮੁਕਾਬਲਾ ਕਰਨਾ ਹੈ, 1962 ਚ ਵੀ ਸਾਨੂੰ ਇਹ ਮੌਕਾ ਮਿਲਿਆ ਸੀਗਾ, ਕੈਨੇਡੀ ਨੇ ਬੜੀ ਹਮਾਇਤ ਕੀਤੀ ਸਾਡੀ ਉਸ ਵੇਲੇ ਕ੍ਰਿਸ਼ਨਾ ਮੈਨਨ ਨੂੰ ਕੱਢਿਆ ਇਸ ਲਈ ਗਿਆ ਸੀਗਾ। ਰਾਧਾ ਕ੍ਰਿਸ਼ਨਨ ਰਾਸ਼ਟਰਪਤੀ ਸੀ, ਉਹਨਾਂ ਨੇ ਕਿਹਾ ਕਿ ਇਹ ਤਾਂ ਬਿਲਕੁਲ ਹੀ ਹਥਿਆਰ ਲੈਣ ਨੂੰ ਤਿਆਰ ਨਹੀਂ ਪੱਛਮੀ ਦੇਸ਼ਾਂ ਤੋਂ, ਜੇ ਹਥਿਆਰ ਨਹੀਂ ਲਿਆਵਾਂਗੇ ਤਾਂ ਚੀਨ ਦਾ ਮੁਕਾਬਲਾ ਕਿਵੇਂ ਕਰਾਂਗੇ, ਇਸ ਤਾਂ ਗਿਰ ਪਏ ਆ ਬਿਲਕੁਲ। ਪਰ ਉਹਨੂੰ ਅਸੀਂ ਵਧਾ ਨਹੀਂ ਸਕੇ। ਕੈਨੇਡੀ ਚਾਹੁੰਦਾ ਸੀ ਅੱਗੇ ਵਧ ਜਾਈਏ, ਪਰ ਉਹ ਸ਼ੀਤਲ ਯੁੱਧ ਸੀ ਉਦੋਂ, ਉਹਨਾਂ ਦੀ ਵਿਚਾਰ ਸੋਚ ਫਰਕ ਸੀ ਨਹਿਰੂ ਦੀ ਕਿ ਅਸੀਂ ਜ਼ਿਆਦਾ ਨੇੜੇ ਨਾ ਜਾਈਏ ਅਮਰੀਕਨਾਂ ਦੇ। ਚਲੋ ਮੈਂ ਇਹ ਨਹੀਂ ਕਹਿੰਦਾ ਨੇੜੇ ਨਾ ਜਾਈਏ, ਅਸੀਂ ਅਮਰੀਕਨਾਂ ਦੇ ਸਾਨੂੰ ਜਾਣਾ ਪੈਣਾ ਹੈ ਕਿਉਂਕਿ ਜਿਹੜੀਆਂ ਟੈਕਨੋਲੋਜੀਜ਼ ਉਹਨਾਂ ਕੋਲ ਨੇ, ਜਿਸ ਤਰ੍ਹਾਂ ਦੀ ਮਾਰਕੀਟ ਸਾਨੂੰ ਉਹ ਦੇ ਸਕਦੇ ਆ, ਜਿਵੇਂ ਅਸੀਂ ਜੇ ਉੱਪਰ ਉੱਠਣਾ, ਸਾਡੀ ਇਕਨੋਮੀ ਸਾਨੂੰ ਉੱਤੇ ਚੱਕਣੀ ਪੈਣੀ ਹੈ। ਰੂਸ ਤਾਂ ਚੱਕ ਨਹੀਂ ਸਕਦਾ ਤੁਹਾਡੀ ਇਕਨੋਮੀ, ਚੀਨ ਨੇ ਤੁਹਾਨੂੰ ਦਬਾ ਲਿਆ ਹੈ। ਜਿਹੜਾ ਤੁਸੀਂ ਉਹਨਾਂ ਨਾਲ ਟ੍ਰੇਡ ਕਰਦੇ ਹੋ 80% ਇੱਧਰ ਨੂੰ ਆਉਂਦਾ, 20% ਅਸੀਂ ਭੇਜਦੇ ਹਾਂ, ਤੇ ਸਾਡੀ ਮਾਰਕੀਟ ਨਾਲੋਂ ਚੀਨ ਦੀ ਮਾਰਕੀਟ ਫਾਇਦਾ ਉਠਾ ਰਹੀ ਸਾਡੇ ਤੋਂ, ਕਿਉਂਕਿ ਅਸੀਂ ਉਸ ਆਪਣੀ ਜਿਹੜੀ ਪ੍ਰੋਡਕਟਿਵ ਕਪੈਸਿਟੀ ਹੈ ਉਹਨੂੰ ਅਸੀਂ ਵਧਾ ਨਹੀਂ ਸਕੇ, ਉੱਤੇ ਨਹੀਂ ਚੱਕ ਸਕੇ।
ਉਹ ਜਦ ਤੱਕ ਪੱਛਮੀ ਦੇਸ਼ਾਂ ਨਾਲ ਨਹੀਂ ਚੱਲਾਂਗੇ ਜਾਂ ਆਸੀਅਨ ਦੇ ਨਾਲ ਜਾਂ ਜਿਹੜੇ ਏਸ਼ੀਆ ਦੇ ਦੂਜੇ ਦੇਸ਼ ਨੇ 10 ਆਸੀਅਨ ਕੰਟਰੀਜ਼ ਹੈ, ਅਸੀਂ ਆਪਣੀ ਮਾਰਕੀਟ ਨੂੰ ਕਿਵੇਂ ਉੱਤੇ ਚੱਕ ਸਕਾਂਗੇ? ਕਿਉਂਕਿ ਕਈ ਗਰੁੱਪ ਬਣਦੇ ਜਾ ਰਹੇ ਹੈ ਜਿਨ੍ਹਾਂ ਦੇ ਅਸੀਂ ਵਿੱਚ ਨਹੀਂ ਹੈ ਮਾਰਕੀਟਿੰਗ ਗਰੁੱਪਸ। तो हिंदुस्तान गया फंस। एक तो इधरों चीन वाधा आ रहा है, वो अपना कमर्शियल इकोनॉमिक कंट्रोल वधा रहा है, फिर वो सरहदां ते प्रेशर पा रहा है, वो समुद्र के अंदर प्रेशर पा रहा है। उस करके जापान, आस्ट्रेलिया, अमरीका साडे नाल इकट्ठे होए है ते जाना तो सानू उन्हां नाल भी पैना। लेकिन मैं ये नहीं चाहता कि रूस नाल असीं इन्ना डर के चलीए कि जदों सरेआम गलत ने तां असीं वो कहण तो भी कतराईए। ऐसी दोस्ती नालों दुश्मनी चंगी है। ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਕੇਸੀ ਸਿੰਘ ਜੀ। ਤੁਹਾਡੇ ਵਰਗੇ ਕਿੰਨੇ ਲੋਕ ਆ ਸਰ ਜਿਹੜੀ ਇਹ ਗੱਲ ਦਾ ਸਟੈਂਡ ਹੈ ਜਿਹੜਾ ਉਹ ਓਪਨਲੀ ਸਰ ਲੈ ਰਹੇ ਆ ਕਿ ਸਾਨੂੰ ਰੂਸ ਦੇ ਖਿਲਾਫ ਖੜੇ ਹੋ ਜਾਣਾ ਚਾਹੀਦਾ ਜਿਸ ਤਰੀਕੇ ਨਾਲ ਰੂਸ ਬਿਹੇਵ ਕਰ ਰਿਹਾ? ਨਹੀਂ, ਮੈਂ ਸਾਰੇ ਰੂਸ ਤੇ ਨਹੀਂ ਕਹਿ ਰਿਹਾ, ਮੈਂ ਕਹਿੰਦਾ ਸਾਨੂੰ ਕਹਿਣਾ ਚਾਹੀਦਾ ਹੈ ਕਿ ਭਾਈ ਦੇਖੋ ਇਹਦਾ ਮਤਲਬ ਕੀ ਹੋਇਆ। ਦੇਖੋ ਤੁਹਾਨੂੰ ਭੂਟਾਨ ਨੇ ਉਹਨਾਂ ਦੇ ਹੱਕ ਚ ਪਾਈ ਹੈ ਰੈਜ਼ੋਲੂਸ਼ਨ ਦੇ। ਕਿਉਂ? ਡੋਕਲਮ ਚ ਕੀ ਰੌਲਾ ਸੀ? ਅਸੀਂ ਕੀ ਪੰਗਾ ਲਿਆ ਚੀਨ ਨਾਲ ਡੋਕਲਮ ਚ? ਅਸੀਂ ਕਿਹਾ ਭੂਟਾਨ ਦੇ ਵਿੱਚੋਂ ਹੋ ਕੇ ਡੋਕਲਮ ਚ ਆ ਰਹੇ ਨੇ ਔਰ ਅੱਗੇ ਰੋਕਣਾ ਚਾਹੁੰਦੇ ਆ। ਕੱਲ ਨੂੰ ਚੀਨ ਤਾਂ ਬਣਾ ਲੈਂਦਾ ਨਵਾਂ ਇਤਿਹਾਸ, ਬਣਾ ਕੇ ਚੀਨ ਭੂਟਾਨ ਨੂੰ ਰੋਕ ਲੈਂਦਾ ਜਿਵੇਂ ਰੂਸ ਨੇ ਯੂਕਰੇਨ ਨੂੰ ਰੋਕਿਆ। ਫਿਰ ਸਾਡਾ ਕੀ ਉਹਦੇ ਤੇ ਸਟੈਂਡ ਹੋਊਗਾ? ਉਹ ਕਿਸੇ ਵੀ ਦੇਸ਼ ਚ ਕੋਈ ਵੀ ਵੱਡਾ ਦੇਸ਼ ਕਿਸੇ ਛੋਟੇ ਦੇਸ਼ ਚ ਜਾ ਸਕਦਾ ਹੈ ਕੋਈ ਵੀ ਗੱਲ ਬਣਾ ਕੇ ਕਿ ਨਹੀਂ ਜੀ ਇਹ ਹਿੰਦੁਸਤਾਨ ਦੇ ਥੱਲੇ ਹੈ, ਅਸੀਂ ਚਾਹੁੰਦੇ ਹਾਂ ਨਿਊਟਰਲ ਹੋਵੇ, ਇਸ ਲਈ ਭੂਟਾਨ ਦੇ ਵਿੱਚ ਅਸੀਂ ਆਪਣੀ ਫੌਜ ਭੇਜ ਰਹੇ ਹਾਂ। ਤਾਂ ਉਹਦੇ ਤੇ ਕਿਵੇਂ ਇਤਰਾਜ਼ ਕਰੋਗੇ ਤੁਸੀਂ? ਜੇ ਅੱਜ ਰੂਸ ਤੇ ਇਤਰਾਜ਼ ਨਹੀਂ ਕਰਦੇ, ਇਹ ਅਸੂਲ ਬੁਨਿਆਦੀ ਅਸੂਲ ਦੀ ਗੱਲ ਹੈ ਕਿ ਜੇ ਕੋਈ ਦੇਸ਼ ਹੈਗਾ ਹੈ ਉਹਦੀ ਸਰਕਾਰ ਤੁਹਾਨੂੰ ਪਸੰਦ ਨਹੀਂ, ਹਾਂ ਤੁਸੀਂ ਇਹ ਕਹਿ ਸਕਦੇ ਹੋ ਨੇਟੋ ਚ ਨਾ ਜਾਵੇ। ਉਹ ਨੇਟੋ ਚ ਜਾਂਦਾ ਹੈ, ਤੁਸੀਂ ਉਹਨਾਂ ਨਾਲ ਗੈਸ ਦੇਣੀ ਬੰਦ ਕਰ ਦਿਓ, ਤੁਸੀਂ ਉਹਨਾਂ ਨਾਲ ਤਜਾਰਤ ਬੰਦ ਕਰ ਦਿਓ। ਲੇਕਿਨ ਇਹ ਕਿਸੇ ਦੇਸ਼ ਕੋਲ ਹੱਕ ਨਹੀਂ ਹੈ ਕਿ ਉਹ ਆਪਣੀਆਂ ਫੌਜਾਂ ਵਾੜ ਦੇ ਉਹਦੇ ਦੇਸ਼ ਚ ਜਾ ਕੇ। ਫਿਰ ਤਾਂ ਕੋਈ ਵੀ ਕਿਸੇ ਦੇ ਫੌਜਾਂ ਵਾੜ ਦੇਗਾ, ਫਿਰ ਯੂਨਾਈਟਿਡ ਨੇਸ਼ਨ ਦਾ ਮਤਲਬ ਹੀ ਕੋਈ ਨਹੀਂ। ਫਿਰ ਜਿਹੜੇ 2 ਜੰਗ ਹੋਏ ਸੀ ਪਿਛਲੀ ਸਦੀ ਦੇ ਵਿੱਚ ਜਿਹਦੇ ਬਾਅਦ UN ਬਣੀ ਹੈ ਉਹਦੇ ਤੇ ਪਾਣੀ ਫੇਰਤਾ। ਜਿਹੜੀ ਗੱਲ ਤੁਸੀਂ ਨੈਟੋ ਵਾਲੀ ਕਹਿ ਰਹੇ ਹੋ ਕੇਸੀ ਸਿੰਘ ਜੀ ਕਿ ਟੇਬਲ ਟਾਕ ਨਾਲ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਸੀ ਜਾਂ ਇਹ ਕੋਸ਼ਿਸ਼ਾਂ ਹੋਈਆਂ ਸੀਗੀਆਂ, ਉਸ ਬਾਬਤ ਯੂਕਰੇਨ ਮੰਨਿਆ ਨਹੀਂਗਾ? ਨਹੀਂ, ਦੇਖੋ ਯੂਕਰੇਨ ਕਹੀ ਜਾਂਦਾ, ਯੂਕਰੇਨ ਉਹ ਤਾਂ 7-8 ਸਾਲ ਪੁਰਾਣੀ ਗੱਲ ਹੈ। ਜਦ ਇਹਨਾਂ ਨੇ ਇਨਵਾਈਟ ਕੀਤਾ, ਬੁਲਾਇਆ, ਨੁਮਾਇੰਦਾ ਦਿੱਤਾ ਸੀ ਇਹਨਾਂ ਨੂੰ ਨੇਟੋ ਚ ਆਉਣ ਦਾ, ਉਹਦੇ ਬਾਅਦ ਉਹਦੇ ਤੇ ਕੋਈ ਹੋਰ ਕਦਮ ਨਹੀਂ ਲਿਆ ਗਿਆ। ਰੂਸ ਉਹਦੇ ਤੇ ਇਤਰਾਜ਼ ਕਰਦਾ ਆ ਰਿਹਾ ਸੀ। ਰੂਸ ਨੇ ਕ੍ਰਾਈਮੀਆ ਰੋਕ ਲਿਆ ਆ ਕੇ ਉਹਦੇ ਤੇ। ਮੈਂ ਸਮਝਦਾ ਜਦ ਇਹਨਾਂ ਨੇ ਕ੍ਰਾਈਮੀਆ ਰੋਕਿਆ ਉਦੋਂ ਪੱਛਮੀ ਦੇਸ਼ਾਂ ਨੇ ਜਾਂ ਅਮਰੀਕਾ ਨੇ ਕੁਝ ਕੀਤਾ ਨਹੀਂ। ਉਹਦਾ ਅੰਦਾਜ਼ ਹੁਣ ਆ ਹੋ ਰਿਹਾ ਉਹਨਾਂ ਨੇ ਕਿ ਜੇ ਕ੍ਰਾਈਮੀਆ ਰੋਕਿਆ ਨਹੀਂ ਕੀਤਾ ਤਾਂ ਫਿਰ ਅੱਗੇ ਵੀ ਵੱਧ ਸਕਦੇ ਆ। ਇਹ ਵੀ ਹੋ ਸਕਦਾ ਹੈ ਕਿ ਪੱਛਮੀ ਦੇਸ਼ ਤੇ ਅਮਰੀਕਾ ਇਹ ਸੋਚ ਰਹੇ ਨੇ ਕਿ ਇਹਨੂੰ ਫਸ ਜਾਣ ਦਿਓ ਰੂਸ ਨੂੰ ਯੂਕਰੇਨ ਦੇ ਵਿੱਚ, ਕਿਉਂਕਿ ਇਹ ਲੜਾਈ ਵੱਧ ਜਾਣੀ ਹੈ। ਇਹ ਭਾਵੇਂ ਸ਼ਹਿਰ ਰੋਕ ਲੇ, ਕਿਉਂਕਿ ਇੱਥੋਂ ਦੇ ਲੋਕ ਨਹੀਂ ਚਾਹ ਰਹੇ। ਇਹ ਹਥਿਆਰ ਵੀ ਉਹ ਦੇ ਰਹੇ ਨੇ ਜਿਹੜੇ ਅੰਦਰ ਸ਼ਹਿਰਾਂ ਦੇ ਤੁਸੀਂ ਲੜ ਸਕੋ, ਜਿਹੜੇ ਤੁਸੀਂ ਮੋਢੇ ਤੇ ਲਿਜਾ ਕੇ ਫਾਇਰ ਕਰ ਸਕੋ ਟੈਂਕਾਂ ਤੇ, ਹਵਾਈ ਜਹਾਜ਼ਾਂ ਤੇ। तो इस करके ये इंसर्जेंसी बढ़ जानी है। देखो जी अमरीका ਨੂੰ ਤਾਲਿਬਾਨ ਨੇ ਭਜਾ ਦਿੱਤਾ ਅਫਗਾਨਿਸਤਾਨ ਤੋਂ, ਤੇ ਫਿਰ ਇੱਥੋਂ ਦੇ ਲੋਕ 34-40 ਮਿਲੀਅਨ ਬੰਦਿਆਂ ਦਾ ਦੇਸ਼ ਹੈ। ਇਹਦੇ ਚ ਕਿਵੇਂ ਰੂਸ ਇਹਨੂੰ ਜ਼ਬਰਦਸਤੀ ਇੱਕ ਵਾਰ ਰੋਕ ਸਕਦਾ ਹੈ, ਲੇਕਿਨ ਰੋਕੀ ਕਿਵੇਂ ਰੱਖੇਗਾ ਅੱਗੇ ਨੂੰ? ਤੁਸੀਂ ਮੇਰਾ ਅਗਲਾ ਸਵਾਲ ਆਪਣੇ ਆਪ ਹੀ ਚੱਕ ਲਿਆ ਕੇਸੀ ਸਿੰਘ ਜੀ। ਮੈਂ ਅਮਰੀਕਾ ਦਾ ਉਸੇ ਜ਼ਿਕਰ ਕਰਨਾ ਚਾਹੁੰਦਾ ਸੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਵੇਲੇ ਹੋਇਆ ਕਿ ਉਦੋਂ ਭਾਰਤ ਜਿਸ ਤਰੀਕੇ ਨਾਲ ਆਪਦੇ ਆਪ ਨੂੰ ਉੱਥੇ ਸੁਰੱਖਿਅਤ ਰੱਖਣਾ ਚਾਹੁੰਦਾ ਸੀਗਾ, ਆਪਦੇ ਜਿਹੜੇ ਕਾਰੋਬਾਰ ਸ਼ੁਰੂ ਕੀਤੇ, ਆਪਦਾ ਜਿਹੜੀ ਇਨਵੈਸਟਮੈਂਟ ਕੀਤੀ ਆ ਉਹਨੂੰ ਬਚਾਉਣਾ ਚਾਹੁੰਦਾ ਸੀ, ਉਦੋਂ ਅਮਰੀਕਾ ਸਰ ਭਾਰਤ ਨਾਲ ਖੜਾ ਸਰ? ਦੇਖੋ ਉਸ ਵੇਲੇ ਕਿਉਂਕਿ ਸਾਡੇ ਦੁਸ਼ਮਣ ਸਾਂਝੇ ਸੀ, ਅਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨ ਦਾ ਉੱਥੇ ਅਧਿਕਾਰ ਤੇ ਤਾਲਿਬਾਨ ਨਿਕਲੇ। ਸਾਨੂੰ ਪਤਾ ਸਾਡਾ ਜਹਾਜ਼ ਜਦ ਹਾਈਜੈਕ ਹੋਇਆ, ਮੈਂ ਐਮਬੈਸਡਰ ਸੀ ਅਮਰਾਤ ਚ, ਉਦੋਂ ਕੀ ਹਾਲਤ ਹੋਈ ਜਦ ਸਾਡਾ ਜਹਾਜ਼ ਲੈ ਕੇ ਗਏ ਨੇ ਕੰਦਾਹਾਰ ਚ। ਤਾਂ ਇਸ ਕਰਕੇ ਜਦ ਤਾਲਿਬਾਨ ਦੀ ਪਟਾਈ ਹੋ ਰਹੀ ਸੀ ਤਾਂ ਅਸੀਂ ਖੁਸ਼ ਸੀ, ਕਿਉਂਕਿ ਅਸੀਂ ਇਹ ਕਿਹਾ ਤਾਲਿਬਾਨ ਨੇ ਜਿਹੜਾ ਰੋਕ ਕੇ ਰੱਖਿਆ, ਕਿਉਂਕਿ ਕਿਸੇ ਸਿਰਫ 3 ਦੇਸ਼ ਦੁਨੀਆ ਦੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਸੀ ਉਹਨਾਂ ਦੀ ਸਰਕਾਰ ਨੂੰ ਉਦੋਂ। ਹੁਣ ਤਾਂ ਉਹ 3 ਵੀ ਹੈ ਨਹੀਂ, ਉਹ ਸੀ ਸਾਊਦੀ ਅਰੇਬੀਆ, ਅਮਰਾਤ ਤੇ ਪਾਕਿਸਤਾਨ। ਤੇ ਇਹ ਤੁਸੀਂ ਯੂਕਰੇਨ ਵਾਲੇ ਨਹੀਂ ਕਹਿ ਸਕਦੇ, ਯੂਕਰੇਨ ਨੂੰ ਤਾਂ ਸਾਰੀ ਦੁਨੀਆ ਰੈਕਗਨਾਈਜ਼ ਕਰਦੀ ਹੈ। ਉੱਥੇ ਲੋਕਤੰਤਰ ਹੈ, ਲੋਕਤੰਤਰ ਨੇ ਇੱਕ ਸਰਕਾਰ ਬਣਾਈ ਹੈ। ਤਾਲਿਬਾਨ ਤਾਂ ਕੋਈ ਲੋਕਤੰਤਰ ਦੇ ਥਰੂ ਉਹਨਾਂ ਨੇ ਇਖਤਿਆਰ ਨਹੀਂ ਸੀ ਲਏ। तो इस करके दोनों का ਅਸੀਂ ਕੰਪੈਰੀਜ਼ਨ नहीं कर सकते। चलो एक होर छोटा वक्फा लूँगा, वक्फे तो बाद ਅਸੀਂ आखिरी हिस्से ਵਿੱਚ ਹੋਵਾਂਗੇ। ਕੇਸੀ ਸਿੰਘ ਜੀ ਬਹੁਤ ਇੰਟਰਸਟਿੰਗ ਗੱਲਾਂ ਦੱਸਦੇ ਪਏ, ਜਿਹੜੇ ਕੰਧਾਰ ਵਾਲਿਆਂ ਨੇ ਜ਼ਿਕਰ ਕੀਤਾ ਹੈਗਾ। ਬਹੁਤੇ ਲੋਕਾਂ ਨੂੰ ਸ਼ਾਇਦ ਇਹ ਗੱਲਾਂ ਦਾ ਨਹੀਂ ਪਤਾ ਹੋਊਗਾ, ਪਰ ਕੇਸੀ ਸਿੰਘ ਹਰਾਂ ਦਾ ਬੜਾ ਲੰਬਾ ਤਜਰਬਾ, ਇਸ ਕਰਕੇ ਇਹਨਾਂ ਨੂੰ ਸੱਦਿਆ। ਇਹਨਾਂ ਤੋਂ ਹੋਰ ਵੀ ਜਾਣਕਾਰੀ ਲੈਣੀ ਹੈ। ਵਾਪਸ ਆ ਰਹੇ
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਸਰ। ਮੈਂ ਇਹ ਸਮਝਣਾ ਚਾਹ ਰਿਹਾ ਸੀਗਾ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋ ਰਿਹਾ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਸ ਸਦੀ ਦੇ ਵਿੱਚ 22ਵੇਂ ਸਾਲ ਦੇ ਵਿੱਚ ਜਾ ਕੇ ਸਭ ਕੁਝ ਹੋ ਜਾਊਗਾ। ਕੀ ਹੁਣ ਸਾਨੂੰ ਮੁੜ ਤੋਂ ਆਪਦੀ ਸੁਰੱਖਿਆ ਪ੍ਰਤੀ ਸਰਹੱਦਾਂ ਦੀ ਸੁਰੱਖਿਆ ਪ੍ਰਤੀ ਮੁੜ ਤੋਂ ਸੋਚਣਾ ਪਊਗਾ ਸਰ? ਮੁੜ ਤੋਂ ਸਾਨੂੰ ਉਹ ਸਾਰਾ ਪ੍ਰੀਵਿਊ ਕਰਨਾ ਪਊਗਾ, ਸਾਰਾ ਰਿਸਰਚ ਕਰਨੀ ਪਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਦੀ ਮਿਲਟਰੀ ਨੂੰ ਸਟਰੈਂਥਨ ਕਰੀਏ? ਕੇਸੀ ਸਿੰਘ ਜੀ, ਇਹ ਬਿਲਕੁਲ ਠੀਕ ਹੈ, ਕਿਉਂਕਿ ਜੇ ਨਿਯਮ ਤੋੜ ਦਿੱਤੇ ਨੇ ਜਿਹਦੇ ਤੇ UN ਆਧਾਰ ਸਾਰਾ UN ਉਹਦੇ ਤੇ ਖੜੀ ਹੈ ਨਿਯਮਾਂ ਤੇ, ਫਿਰ ਸਾਨੂੰ ਸੋਚਣਾ ਪਏਗਾ ਕਿ ਚੀਨ ਕੁਝ ਵੀ ਕਰ ਸਕਦਾ ਹੈ। ਕੱਲ ਨੂੰ ਤਾਇਵਾਨ ਕਰੇਗਾ, ਪਰਸੋਂ ਨੂੰ ਜਿਵੇਂ ਮੈਂ ਕਿਹਾ ਨੇਪਾਲ ਤੇ ਕਰ ਸਕਦਾ ਹੈ, ਚੌਥੇ ਨੂੰ ਉਹ ਭੂਟਾਨ ਤੇ ਕਰ ਸਕਦਾ ਹੈ, ਜੋ ਮਰਜ਼ੀ ਕਰੇ ਉਹ। ਉਹਨੇ ਪ੍ਰੈਸ਼ਰ ਹੀ ਬਣਾਈ ਰੱਖਣਾ ਹੈ ਨਾ। ਇੱਕ ਭੁੱਖੇ ਭੇੜੀਏ ਵਾਲੀ ਗੱਲ ਹੈ ਉਹ, ਫਿਰ ਨਵੇਂ ਤੋਂ ਨਵੇਂ ਉਹਨੂੰ ਚਾਹੀਦਾ ਮੀਟ ਖਾਣ ਨੂੰ। ਤਾਂ ਇਸ ਕਰਕੇ ਜੇ ਇੱਕ ਵਾਰ ਨਿਯਮ ਟੁੱਟ ਜਾਣ ਜਿਹਦੇ ਤੇ ਕੀ ਇੱਕ ਸੰਤੁਲਨ ਬਣਿਆ ਹੋਇਆ ਹੈ ਦੁਨੀਆ ਦਾ 1945 ਦੇ ਬਾਅਦ, ਫਿਰ ਸਾਰੇ ਦੇਸ਼ਾਂ ਨੂੰ ਸੋਚਣਾ ਪਏਗਾ ਦੇਸ਼ਾਂ ਨੂੰ ਕਿ ਇਹ ਕਿਵੇਂ ਸੰਤੁਲਨ ਵਾਪਸ ਲਿਆਈਏ। ਤੋੜਨਾ ਬੜਾ ਸੌਖਾ ਹੁੰਦਾ ਹੈ, ਦੁਬਾਰਾ ਉਹਦੇ ਵਿੱਚ ਕੌਨਫੀਡੈਂਸ, ਮਿਊਚੁਅਲ ਕੌਨਫੀਡੈਂਸ, ਇੱਕ ਦੂਜੇ ਤੇ ਅਤਵਾਰ ਬਣਾਉਣਾ ਬਹੁਤ ਸਮੇਂ ਲੱਗ ਜਾਂਦਾ ਹੈ। ਉਹ ਤਾਂ ਹੁਣ ਤਾਂ ਹੀ ਹੋ ਪਾਏਗਾ ਜੇ ਪੁਟਿਨ ਸਾਹਿਬ ਨੂੰ ਕੱਢ ਦਿੰਦੀ ਹੈ, ਉਹਨਾਂ ਦੀ ਫੌਜ ਕੱਢ ਦਿੰਦੀ ਹੈ, ਹੋਰ ਤਾਂ ਕੋਈ ਕੱਢ ਨਹੀਂ ਸਕਦਾ। ਉੱਥੇ ਬਹੁਤ ਜ਼ਿਆਦਾ ਮਹਿੰਗਾਈ ਵੱਧ ਜਾਂਦੀ ਹੈ, ਉੱਥੇ ਉਹਨਾਂ ਦੀ ਇਕਨੋਮੀ ਬਿਲਕੁਲ ਤਿੱਤਰ ਬਿੱਤਰ ਹੋ ਜਾਂਦੀ ਹੈ, ਰੂਸ ਦੀ ਚੀਨ ਦੇ ਨਾਲ ਮਿਲ ਕੇ ਵੀ ਚੱਲ ਨਹੀਂ ਸਕਦੀ। ਤਾਂ ਇਹ ਸਾਨੂੰ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਆ ਜਿਹੜੇ ਸਿਰਫ ਫੌਜ ਦੇ ਤਰੀਕੇ ਤੇ ਔਰ ਸਿਕਿਉਰਿਟੀ ਏਜੰਸੀ ਦੇ ਤਰੀਕੇ ਨਾਲ ਚਲਾਨ, ਉਹਨਾਂ ਦੀ ਬਦਲੀ ਵੀ ਉਸ ਤਰੀਕੇ ਨਾਲ ਹੁੰਦੀ ਹੈ। ਸੋ ਇਹ ਤਾਂ ਮੈਨੂੰ ਲੱਗਦਾ ਪੁਟਿਨ ਦੇ ਹੁੰਦੇ ਜਾਂ ਤਾਂ ਹੁਣ ਰੁਕ ਜਾਣ, ਮੈਨੂੰ ਨਹੀਂ ਲੱਗਦਾ ਉਹ ਰੁਕ ਰਹੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਅਗਲੇ ਹਫ਼ਤੇ ਅਸੀਂ ਗੱਲਬਾਤ ਫੇਰ ਕਰਾਂਗੇ, ਪਰ ਉਹ ਗੱਲਬਾਤ ਤਾਂ ਇਹੀ ਕਰ ਰਹੇ ਆ ਕਿ ਤੁਸੀਂ ਹਥਿਆਰ ਸਿੱਟੋ ਜਾਂ ਤੁਸੀਂ ਆਪਣੀ ਸਰਕਾਰ ਨਿਕਲ ਜਾਏ, ਤੁਹਾਡੇ ਅਸੀਂ ਸਾਰੇ ਡਿਸਆਰਮ ਕਰਨ ਆਏ ਆ, ਤੁਹਾਡੀ ਜਿਹੜੀ ਫੌਜ ਹੈ ਉਹਦੇ ਹਥਿਆਰ ਉਹਨਾਂ ਤੋਂ ਖੋਹਣ ਆਏ ਆ, ਤਾਂ ਕਿ ਇੱਥੇ ਕੋਈ ਹਥਿਆਰ ਵਾਲਾ ਹੋਵੇ ਹੀ ਨਾ ਯੂਕਰੇਨ 'ਚ। ਔਰ ਉਹ ਚਾਹੁੰਦੇ ਨੇ ਕਿ ਸੱਤਾ ਬਦਲੇ ਔਰ ਇਹਨਾਂ ਦੇ ਪੱਖ ਦਾ ਉੱਥੇ ਇਹਨਾਂ ਦੇ ਪੱਖ ਦੀ ਸਰਕਾਰ ਬਣੇ। ਫਿਰ ਤਾਂ ਕੋਈ ਫੈਸਲਾ ਨਹੀਂ ਹੋਏਗਾ, ਕਿਉਂਕਿ ਉੱਥੋਂ ਦੇ ਲੋਕ ਇਹ ਸਵੀਕਾਰ ਨਹੀਂ ਕਰਨਗੇ, ਇਹ ਲੜਾਈ ਵੱਧ ਜਾਏਗੀ। ਉਹ ਲੜਾਈ ਵਧਣ ਦੇ ਬਾਅਦ ਸੰਤੁਲਨ ਜਿਹੜਾ ਦੁਨੀਆ 'ਚ ਬਣਿਆ ਉਹ ਵਿਗੜਦਾ ਹੈ, ਉਹ ਠੀਕ ਨਹੀਂ ਰਹਿੰਦਾ। ਔਰ ਸਾਨੂੰ ਵੀ ਇਹਦੇ 'ਚ ਪਲੱਸ ਮਾਈਨਸ ਸੋਚਣੇ ਪੈਣੇ ਆ। ਦੇਖੋ S-400 ਦੀ ਇੱਕ ਬੈਟਰੀ ਸਾਡੇ ਕੋਲ ਆ ਗਈ ਰੂਸ ਦੀ, ਅਗਲੀ ਬੈਟਰੀ ਲੈਣ ਜਾਵਾਂਗੇ, ਸਾਨੂੰ ਉਮੀਦ ਸੀ ਅਮਰੀਕਾ ਸਾਨੂੰ ਐਕਸੈਪਸ਼ਨ ਦੇ ਦੇਗੀ, ਲੇਕਿਨ ਆ ਨਵੀਂ ਹਾਲਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਵੀ ਹਥਿਆਰ ਰੂਸ ਤੋਂ ਲੈਣ ਦੀ ਉਹ ਇਜਾਜ਼ਤ ਦੇਣਗੇ। ਕਿਸੇ ਜੀ, ਇਸ ਵਕਤ ਅਮਰੀਕਾ ਵਾਲੇ ਵੀ ਤੁਹਾਨੂੰ ਸੁਣਦੇ ਪਏ ਆ, ਉੱਥੇ ਬਹੁਤ ਪੰਜਾਬੀ ਬੈਠੇ ਆ, ਉਹ ਇਸ ਵਕਤ ਤੁਹਾਡੇ ਤੋਂ ਸੁਣਨਾ ਚਾਹੁੰਦੇ ਆ ਅਮਰੀਕਾ ਇੰਡੀਆ ਦੇ ਰਿਲੇਸ਼ਨਸ ਆ ਜਿਹੜੇ, ਉਹਨਾਂ ਵਿੱਚ ਉਹਨਾਂ ਨੂੰ ਕੋਈ ਫਾਇਦਾ ਨੁਕਸਾਨ ਕੁਝ ਉਹਨਾਂ ਤੇ ਅਸਰ ਤਾਂ ਨਹੀਂ ਹੋਣ ਜਾ ਰਿਹਾ ਸਰ? ਨਹੀਂ, ਉਹਨਾਂ ਤੇ ਅਸਰ ਨਹੀਂ ਹੁੰਦਾ, ਲੇਕਿਨ ਅਮਰੀਕਾ ਦੀ ਸਰਕਾਰ ਨੇ ਜਿਵੇਂ ਕਿਹਾ ਹੈ ਕਿ ਸਾਡਾ ਅੰਦਰੂਨੀ ਯੁੱਧ ਹੋ ਰਿਹਾ ਹਿੰਦੁਸਤਾਨ ਦੇ ਨਾਲ, ਕਿ ਤੁਸੀਂ ਆ ਕੰਧ ਤੇ ਨਾ ਬੈਠੋ, ਤੁਸੀਂ ਜਿੱਧਰ ਲੋਕਤੰਤਰਿਕ ਦੇਸ਼ ਹੈ ਉਧਰ ਨੂੰ ਝੁਕਾਵ ਦਿਖਾਓ ਆਪਣਾ। ਤੇ ਮੈਨੂੰ ਲੱਗਦਾ ਹੌਲੀ ਹੌਲੀ ਹਿੰਦੁਸਤਾਨ ਦੀ ਸਰਕਾਰ ਨੂੰ ਉਧਰ ਨੂੰ ਸਿਰਕਣਾ ਪੈਣਾ ਹੈ, ਜਿਸ ਤਰੀਕੇ ਨਾਲ ਪੁਟਿਨ ਅੱਗੇ ਵੱਧ ਰਿਹਾ, ਕਿਉਂਕਿ ਇਹ ਮਾਰ ਮਰਈਆ ਹੋਰ ਹੋਣਾ ਯੂਕਰੇਨ ਦੇ ਵਿੱਚ। ਇਹ ਜਿਹੜੇ ਹਿਊਮੈਨਿਟੇਰੀਅਨ ਕੋਰੀਡੋਰ ਇਹ ਖੋਲ ਰਿਹਾ ਹੈ, ਉਹਦੇ ਚੋਂ ਜੇ ਸਿਵਿਲੀਅਨ ਬਾਹਰ ਆ ਜਾਣਗੇ, ਉਹਦਾ ਮਤਲਬ ਹੈ ਉਹ ਅੱਗੇ ਨੂੰ ਕਹੇਗਾ ਜੀ ਇਹ ਬਾਕੀ ਦੇ ਜਿਹੜੇ ਬੰਦੇ ਸ਼ਹਿਰ 'ਚ ਬਚੇ ਹੈ ਇਹ ਤਾਂ ਫੌਜੀ ਨੇ, ਇਹਨਾਂ ਤੇ ਤਾਂ ਮੈਂ ਜੋ ਮਰਜ਼ੀ ਗੋਲਾਬਾਰੀ ਕਰਾਂ। ਠੀਕ, ਮੈਂ ਕਿਸੇ ਜੀ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਹੋ ਸਕਦਾ ਤੁਹਾਨੂੰ ਇਹ ਸਵਾਲ ਮੇਰਾ ਬੜਾ ਪਸੰਦ ਨਾ ਆਵੇ, ਹੋ ਸਕਦਾ ਤੁਸੀਂ ਕਹੋਗੇ ਇਹ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ, ਪਰ ਮੈਨੂੰ ਲੱਗਦਾ ਕਿ ਮੈਨੂੰ ਇਹ ਸਵਾਲ ਕਰਨਾ ਚਾਹੀਦਾ, ਮੈਂ ਤਾਂ ਕਰ ਰਿਹਾ। ਜਿਸ ਤਰੀਕੇ ਨਾਲ ਭਾਰਤ ਨੇ ਪਹਿਲਾਂ ਸਟੈਂਡ ਲਿਆ ਸੀ ਤਾਲਿਬਾਨ ਨਾਲ ਗੱਲ ਨਹੀਂ ਕਰਾਂਗੇ, ਉਸ ਤੋਂ ਬਾਅਦ ਇੰਟਰਨਲ ਮੀਟਿੰਗਸ ਹੋਈਆਂ, ਇਹ ਉਹ ਸਾਰਾ ਕੁਝ ਤੁਹਾਨੂੰ ਪਤਾ ਕੇਸ ਸਿੰਘ ਜੀ। ਇਵੇਂ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਅਮਰੀਕਾ ਚਾਹੁੰਦਾ ਕਿ ਰਸ਼ੀਆ ਦੇ ਖਿਲਾਫ ਭਾਰਤ ਦਾ ਸਟੈਂਡ ਹੈ ਜਿਹੜਾ ਸਪਸ਼ਟ ਹੋਣਾ ਚਾਹੀਦਾ, ਕਿ ਇਹਨਾਂ ਦੋਨਾਂ ਨੂੰ ਕੰਪੈਰੀਜ਼ਨ ਕੀਤਾ ਜਾ ਸਕਦਾ? ਉਦੋਂ ਵੀ ਉਦੋਂ ਬਾਅਦ ਪਹਿਲਾਂ ਕਹਿੰਦੇ ਰਹੇ ਅਸੀਂ ਤਾਲਿਬਾਨ ਨਾਲ ਗੱਲਬਾਤ ਨਹੀਂ ਕਰਾਂਗੇ, ਹੁਣ ਰਸ਼ੀਆ ਦੇ ਖਿਲਾਫ ਖੜੇ ਹੋਣ ਨੂੰ ਅਸੀਂ ਤਿਆਰ ਨਹੀਂ, ਕਿ ਉਹ ਜੀ ਸਥਿਤੀ ਹੈ ਜਾਂ ਤੁਹਾਨੂੰ ਵੱਖਰੀ ਲੱਗਦੀ ਹੈ ਸਰ? ਨਹੀਂ, ਇਹਦੇ 'ਚ ਇੱਕੋ ਹੀ ਖਤਰਾ ਹੁੰਦਾ ਹੈ ਕਿ ਸਾਡਾ ਸਟੈਂਡ ਰਸ਼ੀਆ ਦੇ ਖਿਲਾਫ ਕਰਾ ਦੇਣ। ਇਸ ਗੱਲ ਤਾਂ ਮੈਂ ਸਰਕਾਰ ਨਾਲ ਸਹਿਮਤ ਹਾਂ, ਆਪ ਜਾ ਕੇ ਗੱਲਬਾਤ ਕਰ ਲੈਣ, ਲੇਕਿਨ ਮੈਨੂੰ ਨਹੀਂ ਲੱਗਦਾ, ਕਿਉਂਕਿ ਪੂਰਾ ਯੂਰਪ ਇਕੱਠਾ ਹੋ ਗਿਆ। ਜਰਮਨੀ ਨੇ ਜਿਵੇਂ ਕਹਿ ਦਿੱਤਾ ਗੈਸ ਦੀ ਪਾਈਪਲਾਈਨ ਵੀ ਉਹ ਕਹਿੰਦੇ ਅਸੀਂ ਨਹੀਂ ਲੈਣੀ, ਉਹਨਾਂ ਨੇ LNG ਸਟੇਸ਼ਨ ਬਣਾਉਣੇ ਸ਼ੁਰੂ ਕਰਤੇ। ਸੋ ਬੁਨਿਆਦੀ ਤਬਦੀਲੀ ਆ ਰਹੀ ਹੈ ਯੂਰਪ ਦੇ ਅੰਦਰ, ਉਹ ਦੇਖ ਰਹੇ ਨੇ ਕਿ ਇਹ ਜਿਹੜਾ ਯੁੱਧ ਹੈ ਇਹਦਾ ਅਸਰ ਬਹੁਤ ਦੂਰ ਤਾਈਂ ਜਾਏਗਾ, ਸਾਨੂੰ ਰੂਸ ਦੀ ਮਾਰਕੀਟ ਨਾਲੋਂ, ਰੂਸ ਦੀ ਗੈਸ ਨਾਲੋਂ ਟੁੱਟਣਾ ਪਏਗਾ। ਸਰ ਇਹ ਤਾਂ ਜਿਹੜਾ ਕੇਸੀ ਸਿੰਘ ਜਿਹੜਾ ਜ਼ਿਕਰ ਤੁਸੀਂ ਜਰਮਨੀ ਦਾ ਕੀਤਾ, ਰਸ਼ੀਆ ਨੇ ਵੀ ਕਦੇ ਸੋਚਿਆ ਨਹੀਂ ਹੋਗਾ ਜਰਮਨੀ ਇਹੋ ਜਿਹਾ ਸਟੈਂਡ ਲੈ ਲੂਗਾ ਸਰ? ਮੇਰੇ ਖਿਆਲ ਇਹੀ ਗਲਤੀ ਹੋਈ ਹੈ ਪੁਟਿਨ ਤੋਂ। ਉਹਦਾ ਖਿਆਲ ਸੀ ਯੂਰਪ ਦੇ ਵਿੱਚ ਤਰੇੜਾਂ ਰਹਿਣਗੀਆਂ, ਕਾਫੀ ਦੇਸ਼ ਨੇ ਜਿਹੜੇ ਨਹੀਂ ਚਾਹੁੰਦੇ ਸੀ ਰੂਸ ਨਾਲੋਂ ਟੁੱਟਣਾ, ਕਿ ਅਮਰੀਕਾ ਤੇ ਕੁਝ ਦੇਸ਼ ਇੱਕ ਪਾਸੇ ਹੋ ਜਾਣਗੇ, ਸਾਰਾ ਯੂਰਪ ਇਕੱਠਾ ਨਹੀਂ ਹੋਏਗਾ। ਹੁਣ ਉਹ ਪੂਰਾ ਯੂਰਪ ਇਕੱਠਾ ਹੋਣਾ
ਇੱਕ ਡਿਪਲੋਮੈਟਿਕ ਧੱਕਾ ਇਹਨਾਂ ਨੂੰ ਇਸ ਚੀਜ਼ ਦੀ ਸੱਟ ਵੱਜੀ ਹੈ ਰੂਸ ਨੂੰ ਕਿ ਉਹਨਾਂ ਨੇ ਸਾਰੇ ਇਕੱਠੇ ਹੋ ਗਏ ਉਲਟੇ ਸਵੀਡਨ ਤੇ ਫਿਨਲੈਂਡ ਜਿਹੜੇ ਨੇਟੋ ਦੇ ਮੈਂਬਰ ਨਹੀਂ ਹੈ, ਨਿਊਟਰਲ ਨੇ, ਉਹਨਾਂ ਨੇ ਵੀ ਕਿਹਾ ਜੀ ਅਸੀਂ ਅਰਜ਼ੀ ਦੇਣੀ ਹੈ ਨੇਟੋ 'ਚ ਜਾਣ ਦੀ। ਨੇਟੋ ਘਟਣ ਨਾਲੋਂ ਉਲਟਾ ਵੱਧ ਰਿਹਾ। ਜੀ, ਮੈਂ ਥੋੜਾ ਜਿਹਾ ਗਲੋਬਲ ਤੋਂ ਥੋੜਾ ਜਿਹਾ ਫੋਕਸ ਸਰ ਮੈਂ ਪੰਜਾਬ ਤੇ ਕਰਨਾ ਚਾਹੁੰਦਾ, ਜਿੰਦੇ ਬਾਰੇ ਤੁਸੀਂ ਅਕਸਰ ਜ਼ਿਕਰ ਕਰਦੇ ਹੋ। ਤੁਸੀਂ ਇੱਥੇ ਇੱਕ ਧਿਰ ਵੀ ਬਣਾਈ ਸੀਗੀ, ਮੈਂ ਉਹਦਾ ਸਵਾਲ ਨਹੀਂ ਲੈ ਰਿਹਾ ਸਰ, ਮੈਂ ਪੰਜਾਬ ਦਾ ਸਵਾਲ ਲੈ ਰਿਹਾ ਸਰ। ਪੰਜਾਬੀ ਹਰ ਜਗ੍ਹਾ ਵਸੇ ਹੋਏ ਆ, ਰੂਸ ਯੂਕਰੇਨ ਦੇ ਵਿੱਚ ਵੀ ਪੰਜਾਬੀਆਂ ਦਾ ਮੁੱਦਾ ਬਹੁਤ ਵੱਡਾ ਹੈ, ਉਹਨਾਂ ਨੂੰ ਵੈਕੂਏਟ ਕਿਵੇਂ ਕੀਤਾ ਜਾਵੇ। ਪਰ ਮੇਰਾ ਸਵਾਲ ਸਰ ਹੋਰ ਹੈ, ਜਿਹੜੀ ਇਸ ਜੰਗ ਦਾ ਅਸਰ ਪੈਣ ਜਾ ਰਿਹਾ, ਜਿਹੜੇ ਸਾਡੇ ਲਾਂਘੇ ਆ ਪਾਕਿਸਤਾਨ ਨਾਲ ਲੱਗਦੇ, ਹੁਸੈਨੀ ਵਾਲਾ ਹੋਵੇ, ਅਟਾਰੀ ਵਾਘਾ, ਉਹ ਖੁੱਲ ਸਕਦੇ ਆ ਨਹੀਂ ਖੁੱਲ ਸਕਦੇ ਸਰ, ਇੱਕ ਸਵਾਲ। ਦੂਜਾ ਸਵਾਲ ਇਹ ਹੈ ਸਰ, ਰੂਸ ਯੂਕਰੇਨ ਦੇ ਵਿੱਚ ਜਿਸ ਤਰੀਕੇ ਨਾਲ ਕਣਕ ਦੀ ਪੈਦਾਵਾਰ ਹੁੰਦੀ ਹੈ, ਉਸ ਬਾਬਤ ਕੀ ਪੰਜਾਬ ਦੀ ਮਾਰਕੀਟ ਦੀ ਕੋਈ ਗੱਲ ਹੋਣੀ ਚਾਹੀਦੀ ਹੈ ਜਾਂ ਨਹੀਂ? ਕੇਸੀ ਸਿੰਘ ਜੀ, ਮੈਨੂੰ ਆ ਦੂਜੀ ਗੱਲ ਕਿਹਾ ਹਫਤਾ ਹੋ ਗਿਆ, ਮੈਂ ਹਫਤੇ ਦਾ ਕਹਿ ਰਿਹਾ ਜੀ। ਮੈਂ ਕਿਹਾ ਹੁਣ ਦੇਖੋ ਬ੍ਰੈਡ ਦੀ ਕੀਮਤ ਵੱਧ ਗਈ ਹੈ ਯੂਰਪ 'ਚ, ਉਹਦੇ 'ਚ ਫਰਕ ਇਹ ਆਉਂਦਾ ਕਿ ਸਾਡੀ ਜਿਹੜੀ ਕਣਕ ਹੈ ਉਹ ਸ਼ਾਇਦ ਅਪਰੂਵ ਨਹੀਂ ਹੋਊਗੀ ਯੂਰਪ ਜਾਣ 'ਚ, ਕਿਉਂਕਿ ਇਹਦੇ 'ਚ ਪੈਸਟੀਸਾਈਡ ਹੁੰਦੇ ਆ, ਦੂਜੀਆਂ ਚੀਜ਼ਾਂ। ਸਾਨੂੰ ਉਹਦੇ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ ਪੰਜਾਬ 'ਚ। ਇਹ ਚੰਗਾ ਮੌਕਾ ਹੈ, ਇਹ ਗੱਲ ਠੀਕ ਹੈ। ਚੌਥੇ ਹਿੱਸੇ ਦੀ ਕਣਕ ਜਿਹੜੀ ਐਕਸਪੋਰਟ ਹੁੰਦੀ ਹੈ ਉਹ ਯੂਕਰੇਨ ਤੇ ਰੂਸ 'ਚੋਂ ਆਉਂਦੀ ਹੈ। ਯੂਕਰੇਨ ਵਾਲੀ ਤਾਂ ਅਪਸੈਟ ਹੋ ਜਾਏਗੀ, ਚਲੋ ਰੋਕ ਵੀ ਲੈਂਦਾ ਰੂਸ, ਹੌਲੀ ਹੌਲੀ ਹੋਏਗਾ ਉਤਪਾਦਨ, ਲੇਕਿਨ ਜੇ ਸੈਂਕਸ਼ਨਸ ਲੱਗੀਆਂ ਹੋਈਆਂ ਤਾਂ ਉਹਨੂੰ ਨਿਕਲਦਿਆਂ ਟਾਈਮ ਲੱਗੇਗਾ। ਤਾਂ ਇਸ ਕਰਕੇ ਪੰਜਾਬ ਨੂੰ ਫਾਇਦਾ ਹੋ ਸਕਦਾ ਹੈ ਜੇ ਅਸੀਂ ਆਪਣੀ ਉਤਪਾਦਨ ਕਰਨ ਦਾ ਤਰੀਕਾ ਬਦਲੀਏ, ਉਹਦੇ 'ਚ ਪੈਸਟੀਸਾਈਡ ਵਗੈਰਾ ਨਾ ਹੋਣ, ਕਿਉਂਕਿ ਉਹ ਟੈਸਟ ਬੜੇ ਕਰਨਗੇ। ਇਹਦਾ ਫਾਇਦਾ ਸਾਨੂੰ ਹੋ ਸਕਦਾ। ਲੇਕਿਨ ਹੁਸੈਨੇ ਵਾਲਾ ਇਹਦਾ ਕੋਈ ਕਨੈਕਸ਼ਨ ਨਹੀਂ ਹੈ। ਉਹ ਤਾਂ ਦੇਖੋ ਪਾਕਿਸਤਾਨ ਅੜਿਆ ਹੋਇਆ, ਪਾਕਿਸਤਾਨ ਦੀ ਫੌਜ ਅੜੀ ਹੋਈ ਹੈ ਕਿ ਤੁਸੀਂ ਜਦ ਤਾਈਂ ਕਸ਼ਮੀਰ ਦੀ ਗੱਲ ਨਹੀਂ ਕਰਦੇ, ਉਹਨੂੰ ਵਾਪਸ ਨਹੀਂ ਲਿਜਾਂਦੇ ਜਿੱਥੇ ਸੀਗਾ, ਉਦੋਂ ਤਾਈਂ ਅਸੀਂ ਨਹੀਂ ਕਰ ਸਕਦੇ। ਉਹਨਾਂ ਨੇ ਅਨਾਜ ਲਿਜਾਣ ਲਈ ਸਾਨੂੰ ਇਜਾਜ਼ਤ ਦਿੱਤੀ ਹੈ, ਅਫਗਾਨਿਸਤਾਨ ਜਿਹੜੇ ਸਾਡੇ ਟਰੱਕ ਗਏ ਨੇ। ਉਹਦੇ ਇਲਾਵਾ ਕੋਈ ਇਮਰਾਨ ਖਾਨ ਅੱਗੇ ਨਾਲੋਂ ਕਮਜ਼ੋਰ ਹੋ ਗਿਆ ਹੈ, ਉੱਥੋਂ ਦੀ ਫੌਜ ਕੀ ਤਿਆਰ ਕਰਦੀ ਹੈ, ਉਹਨੂੰ ਰੱਖਣਾ ਹੈ, ਨਵਾਂ ਪ੍ਰਧਾਨ ਮੰਤਰੀ ਲਿਆਉਣਾ ਹੈ। ਹੁਣ ਉਹ ਜਦ ਉਹੋ ਜਿਹਾ ਮੌਕਾ ਆ ਜਾਏ ਫਿਰ ਗੱਲਬਾਤ ਦਾ ਮੌਕਾ ਨਹੀਂ ਹੁੰਦਾ। ਨਹੀਂ, ਮਾਲੀ ਤੌਰ ਤੇ ਜਿਸ ਤਰੀਕੇ ਨਾਲ ਸਥਿਤੀ ਹੈ ਪਾਕਿਸਤਾਨ ਦੀ, FATF ਦੀ ਮੈਂ ਗੱਲ ਕਰਾਂ ਜਾਂ ਹੋਰ ਵੀ ਜ਼ਿਕਰ ਕਰਾਂ, ਉਸ ਬਾਬਤ ਕੀ ਭਾਰਤ ਹੈ ਜਿਹੜੀ ਗੱਲ ਕਰਦਾ ਕਿ ਅਸੀਂ ਇਕਨੋਮੀ ਦੇ ਵਿੱਚ 4 ਨੰਬਰ ਤੇ ਪਹੁੰਚ ਜਾਵਾਂਗੇ, ਉਸ ਦਾ ਇਸ ਜੰਗ ਦੇ ਨਾਲ ਕੋਈ ਕਨੈਕਸ਼ਨ ਹੈਗਾ ਸਰ? ਮੈਂ ਦੋਨਾਂ ਮੁਲਕਾਂ ਦੀ ਗੱਲ ਕਰ ਰਿਹਾ, ਦੋਨੋਂ ਗੁਆਂਢੀ ਮੁਲਕ ਆ ਸਰ। ਦੇਖੋ ਉਹ ਤਾਂ ਉਹਨਾਂ ਦਾ ਪੱਠਾ ਬੈਠਾ ਹੀ ਹੋਇਆ ਜੋ ਬੈਠਾ ਹੋਇਆ, ਕਿਉਂਕਿ ਰੂਸ ਦੇ ਉੱਥੇ ਖੜਾ ਹੈ ਜਿੱਦਣ ਉਹ ਜੰਗ ਕਰਨੇ, ਤੁਹਾਨੂੰ ਪਤਾ ਹੀ ਉਹ ਕਿੱਥੇ ਜਾ ਰਿਹਾ, ਜਦ ਕਿ ਸਾਰੀ ਉਮਰ ਜਦੋਂ ਦੇ ਉਹ ਆਜ਼ਾਦ ਹੋਏ ਉਹ ਪਾਕਿਸਤਾਨ ਅਮਰੀਕਾ ਨਾਲ ਜੁੜੇ ਰਹੇ ਹੈ, ਹੁਣ ਜਾ ਕੇ ਰੂਸ ਤੇ ਚੀਨ ਨਾਲ ਜੁੜ ਗਏ ਨੇ। ਉਹਨਾਂ ਨੂੰ ਛੱਡੋ, ਉਹ ਛੋਟਾ ਦੇਸ਼ ਹੈ, ਉਹ ਹਮੇਸ਼ਾ ਪਿੱਛੇ ਰਹੇਗਾ ਸਾਤੋਂ। ਸਾਡੀ ਜਿਹੜੀ ਗੱਲ ਹੈ, ਸਾਡੀ ਇਕਨੋਮੀ ਤੇ ਅਸਰ ਪਏਗਾ, ਇਹਦਾ ਜੰਗ ਦਾ ਅਸਰ ਪਏਗਾ। ਜਿਵੇਂ ਤੇਲ ਦੀ ਕੀਮਤ ਉੱਤੇ ਜਾਏਗੀ, ਇਕਨੋਮੀ ਤੇ ਅਸਰ ਪਏਗਾ, ਇਨਫਲੇਸ਼ਨ ਹੋਏਗਾ, ਮਾਰਕੀਟਾਂ ਕਈ ਬੰਦ ਹੋ ਜਾਂਦੀਆਂ, ਕਈ ਕਿਸ ਤਰ੍ਹਾਂ ਦੀ ਚੀਜ਼ ਅਸੀਂ ਭੇਜਣੀ ਹੈ ਉਹਦੇ ਤੇ ਅਸਰ ਪਏਗਾ, ਟਰਾਂਸਪੋਰਟੇਸ਼ਨ ਤੇ ਅਸਰ ਪੈ ਸਕਦਾ ਹੈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਲਗਾਉਣਾ ਪਏਗਾ। ਔਰ ਮਾਰਕੀਟਾਂ ਵੀ ਗਿਲੀਆਂ ਹੋਈਆਂ, ਜਿਵੇਂ LIC ਦਾ ਇਹਨਾਂ ਨੇ IPO ਕਰਨਾ ਸੀ, ਮੈਨੂੰ ਲੱਗਦਾ ਸਰਕਾਰ ਨੇ ਅੱਗੇ ਕਰਤਾ, ਕਿਉਂਕਿ ਗਿਰੀ ਹੋਈ ਮਾਰਕੀਟ ਦੇ ਵਿੱਚ ਤੁਸੀਂ ਨਵਾਂ IPO ਕਰੋਗੇ ਤਾਂ ਬਹੁਤ ਹੀ ਤੁਹਾਨੂੰ ਪੈਸੇ ਨਹੀਂ ਮਿਲਣੇ, ਉਹਦਾ ਅਸਰ ਫਿਰ ਤੁਹਾਡੀ ਖਰਚੇ ਤੇ ਪਏਗਾ ਜਿਵੇਂ ਜਿਵੇਂ ਇਨਫਲੇਸ਼ਨ ਹੋਗੀ। ਸੋ ਹਿੰਦੁਸਤਾਨ ਦੀ ਇਕਨੋਮੀ ਤੇ ਜਿਵੇਂ ਜਿਵੇਂ ਅਸਰ ਪੈਂਦਾ ਹੈ ਉਹਦਾ ਫਿਰ ਪੂਰੇ ਹਿੰਦੁਸਤਾਨ ਤੇ ਪਏਗਾ ਹੀ ਅਸਰ, ਨੌਕਰੀਆਂ ਤੇ ਪਏਗਾ, ਆਮਦਨਾਂ ਤੇ ਪਏਗਾ, ਟੈਕਸ ਤੇ ਪਏਗਾ, ਡਿਵੈਲਪਮੈਂਟ ਤੇ ਪਏਗਾ। ਫਿਰ ਸਰ ਅਗਲੀ ਜੰਗ ਸ਼ੁਰੂ ਹੋਏਗੀ ਭੁੱਖਮਰੀ ਨਾਲ ਲੜਨ ਦੀ। ਦੇਖੋ ਉਹ ਭੁੱਖੇ ਤਾਂ ਉਹਦਾ ਤਾਂ ਅਸੀਂ ਕਰ ਸਕਦੇ ਹਾਂ, ਪਰ ਜਿਵੇਂ ਕਿਸਾਨਾਂ ਨੇ ਅੰਦੋਲਨ ਕੀਤਾ ਸੀਗਾ, ਹੁਣ ਫਿਰ ਕਿਸਾਨਾਂ ਦੀ ਲੋੜ ਪੈਣੀ ਹੈ। ਤੋ ਜੇ ਅੰਦੋਲਨ ਐਵੇਂ 1 ਸਾਲ ਕੇਂਦਰ ਸਰਕਾਰ ਨੇ ਖਰਾਬ ਕੀਤਾ ਕਿਸਾਨਾਂ ਦਾ, ਕਰ ਕੁਰ ਕੇ ਫਿਰ ਗੱਲ ਉੱਥੇ ਦੀ ਉੱਥੇ ਆਈ ਜਿੱਥੋਂ ਚੱਲੀ ਸੀ। ਸੋ ਇਹ ਚੰਗਾ ਮੌਕਾ ਹੈ, ਹੁਣ ਇਲੈਕਸ਼ਨਾਂ ਇੱਕ ਪਾਸੇ ਹੋ ਜਾਂਦੀਆਂ, ਉਹਦੇ ਬਾਅਦ ਚੰਗਾ ਮੌਕਾ ਹੈਗਾ ਕਿ ਕਿਸਾਨੀ ਦੇ ਵਿੱਚ ਇੱਕ ਨਵੀਂ ਕ੍ਰਾਂਤੀ, ਹਰੀ ਕ੍ਰਾਂਤੀ ਨੰਬਰ 2 ਲਿਆਣੀ ਚਾਹੀਦੀ ਹੈ। ਕਿਵੇਂ ਤਬਦੀਲੀਆਂ ਕ੍ਰਾਂਤੀ ਦੇ ਅੰਦਰ ਲਿਆਣੀ ਹੈ, ਤਾਂ ਉਹ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਹੁਣ ਹੱਥ ਮਿਲਾ ਕੇ ਪੰਜਾਬ ਦੇ ਕਿਸਾਨ ਨਾਲ ਚੱਲਣ, ਜਿਹੜੀ ਮਰਜ਼ੀ ਸਰਕਾਰ ਆ ਜਾਏ। ਪਰ ਇਹ ਨਾ ਕਹਿਣ ਡਬਲ ਇੰਜਨ ਦਾ ਕੀ ਮਤਲਬ ਹੁੰਦਾ? ਜੇ ਇਹਨਾਂ ਦਾ ਇੰਜਨ ਨਹੀਂ ਹੋਊਗਾ ਥੱਲੇ ਤਾਂ ਇਹ ਉਹਦੇ ਤੇਲ ਨਹੀਂ ਪਾਣਗੇ, ਉਹ ਗਲਤ ਗੱਲ ਹੈ। ਉਹ ਫੈਡਰਲਿਜ਼ਮ ਦੇ ਖਿਲਾਫ। ਕੇਸੀ ਸਿੰਘ ਜੀ, ਮੈਂ ਇੱਥੇ ਸਮ ਅਪ ਕਰ ਰਿਹਾ, ਡਬਲ ਇੰਜਨ ਜੇ ਹੋਣਾ ਚਾਹੀਦਾ, ਜਵਾਨ ਤੇ ਕਿਸਾਨ ਦਾ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਚਲੋ ਬਿਲਕੁਲ ਠੀਕ ਹੈ। ਤਾਂ ਇਸ ਕਰਕੇ ਇਹ ਕਦੇ ਨਹੀਂ, ਫੈਡਰਲਿਜ਼ਮ ਦੇ ਵਿੱਚ ਕਦੇ ਨਹੀਂ ਹੋਣਾ ਚਾਹੀਦਾ। ਜੇ ਕਿਸੇ ਹੋਰ ਧੜੇ ਦੀ ਸਰਕਾਰ ਹੈ ਤਾਂ ਅਸੀਂ ਉਹਦੀ ਮਦਦ ਨਹੀਂ ਕਰਾਂਗੇ। ਸਾਰੀਆਂ ਉਂਗਲਾਂ ਬਰਾਬਰ ਹੋਣੀਆਂ ਚਾਹੀਦੀਆਂ ਕੇਂਦਰ ਸਰਕਾਰ ਦੀਆਂ, ਔਰ ਇਹ ਗੱਲ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ। ਇਹ ਬਾਰ-ਬਾਰ ਕਿਹਾ ਕਿ ਜੇ ਡਬਲ ਇੰਜਨ ਚਲਾਓਗੇ ਤਾਂ ਫਿਰ ਤੁਹਾਡਾ ਫਾਇਦਾ ਹੋਊਗਾ, ਨਹੀਂ ਤਾਂ ਤੁਹਾਡਾ ਨੁਕਸਾਨ ਹੋਊਗਾ। ਚਲੋ ਬਹੁਤ ਧੰਨਵਾਦ ਕੇਸੀ ਸਿੰਘ ਜੀ, ਤੁਸੀਂ ਵਕਤ ਕੱਢਿਆ, ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਜੀ, ਬੜੀ ਖੁਸ਼ੀ ਹੈ। ਚਲੋ ਥੈਂਕ ਯੂ। ਇਹ ਸਨ ਕੇਸੀ ਸਿੰਘ ਹਰੀ।
ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ, ਅਲੱਗ-ਅਲੱਗ ਚੈਨਲਸ ਤੇ ਬੋਲਦੇ ਆ, ਬੜੀ ਬੇਬਾਕੀ ਨਾਲ ਬੋਲਦੇ ਆ, ਕਾਲਮ ਵੀ ਲਿਖਦੇ ਆ, ਤੁਸੀਂ ਇਹਨਾਂ ਨੂੰ ਪੜ੍ਹਦੇ ਵੀ ਹੋਵੋਗੇ। ਜਿਹੜੇ ਅੱਜ ਸਟੈਂਡ ਇਹਨਾਂ ਨੇ ਦੱਸੇ ਹੈ ਕਿ ਇੱਕ ਫਾਰਮਰ ਡਿਪਲੋਮੈਟ ਦੇ ਤੌਰ ਤੇ ਦੱਸਿਆ ਇਹਨਾਂ ਨੇ, ਜਿਹੜੀ ਸਟ੍ਰੈਟਜੀ ਦਾ ਐਨਾਲਿਸਿਸ ਇਹ ਕਰਦੇ ਆ ਉਸ ਬਾਬਤ ਦੱਸੇ ਆ। ਤੇ ਇਹ ਜੇ ਸਾਰਾ ਕੁਝ ਸਮਝਣਾ ਹੈਗਾ ਤੇ ਸਮਝਣ ਦੇ ਵਿਚਾਲੇ ਮੈਨੂੰ ਇੱਕ ਗੱਲ ਸਮਝ ਆਈ ਹੈ, ਇਸ ਜੰਗ ਦਾ ਅਸਰ ਹਰ ਉਸ ਧਿਰ ਤੱਕ, ਹਰ ਉਸ ਸ਼ਖਸ ਤੱਕ ਪਹੁੰਚੇਗਾ ਜਿਹੜਾ ਰੋਟੀ ਖਾਂਦਾ, ਜਿਹਨੂੰ ਢਿੱਡ ਲੱਗਿਆ ਹੋਇਆ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ ਤੇ ਜਵਾਨ ਕਿਸਾਨ ਨੂੰ ਇਕੱਠੇ ਰੱਖ ਕੇ ਸੋਚੋ, ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ। ਜਦੋਂ ਕਿਸਾਨ ਮੰਨਫੀ ਹੁੰਦਾ ਤੇ ਉਦੋਂ ਪਤਾ ਲੱਗਦਾ ਕਿ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ, ਜਦੋਂ ਖਾਣ ਨੂੰ ਰੋਟੀ ਨਹੀਂ ਮਿਲਦੀ, ਪੀਣ ਨੂੰ ਪਾਣੀ ਨਹੀਂ ਮਿਲਦਾ, ਉਦੋਂ ਯਾਦ ਹੁੰਦਾ ਅੰਨਦਾਤਾ। ਤੇ ਸਰਹੱਦਾਂ ਤੇ ਜਵਾਨ ਖੜੇ ਆ ਤੇ ਇੱਥੇ ਅੰਨਦਾਤਾ ਸਾਡਾ ਢਿੱਡ ਭਰਦਾ ਪਿਆ। ਸਾਨੂੰ ਇਕੱਠਿਆਂ ਬਾਰੇ ਸੋਚਣਾ ਪਵੇਗਾ, ਫੇਰ ਹੀ ਸਾਡੀਆਂ ਨੀਤੀਆਂ ਕਾਮਯਾਬ ਹੋਣਗੀਆਂ। ਤਾਂ ਹੀ ਇੱਥੋਂ ਜਿਹੜੀ ਨੀਤੀ ਨਿਕਲਦੀ ਹੈ, ਕਿਸਾਨ ਨੀਤੀ ਤੇ ਜਿਹੜੀ ਸੁਰੱਖਿਆ ਨੀਤੀ ਹੈਗੀ ਹੈ, ਤੇ ਉਹ ਜਾ ਕੇ ਵਿਦੇਸ਼ ਨੀਤੀ ਬਣਦੀ ਹੈ ਤੇ ਫਿਰ ਵਿਦੇਸ਼ਾਂ ਦੇ ਵਿੱਚ ਅਸੀਂ ਉਸ ਤਰੀਕੇ ਨਾਲ ਸਟੈਂਡ ਲੈ ਸਕਾਂਗੇ ਜੋ ਸਾਡਾ ਕਿਸਾਨ ਤੇ ਜਵਾਨ ਇਹ ਕਹੂਗਾ ਕਿ ਅਸੀਂ ਮਜ਼ਬੂਤੀ ਨਾਲ ਖੜੇ। ਬਹੁਤ ਧੰਨਵਾਦ।